ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਬਾਦਸ਼ਾਹ ਦਰਵੇਸ਼ ਬਾਲੀਏ ਦੋ ਜਹਾਨ ਹਕਰਾ ਗੰਜੂਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਮਹਾਨ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਬੜੇ ਹੀ ਪ੍ਰੇਮ ਦੇ ਨਾਲ ਸਤਸੰਗਤ ਦੀਆਂ ਅਨਮੋਲ ਘੜੀਆਂ ਦਾ ਲਾਭ ਉਠਾ ਰਹੇ ਹੋ। ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਹਰ ਰੋਜ਼ ਆਪ ਜੀ ਬੜੇ ਹੀ ਪ੍ਰੇਮ ਨਾਲ ਸਰਵਣ ਕਰਦੇ ਆ ਰਹੇ ਹੋ। ਇਸ ਵਕਤ ਵੀ ਕਥਾ ਸਰਵਣ ਕਰਨ ਲਈ ਆਪ ਜੀ ਗੁਰੂ ਚਰਨਾਂ ਵਿੱਚ ਬੈਠੇ ਹੋ। ਨਿਰੰਤਰ ਚੱਲ ਰਹੀ ਕਥਾ ਦੇ ਅੰਦਰ ਅਸੀਂ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਪਾਵਨ ਇਤਿਹਾਸ ਨੂੰ ਸੁਣਦੇ ਆ ਰਹੇ ਹਾਂ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਤਾਰਨ ਦੇ ਲਈ 4 ਉਦਾਸੀਆਂ ਕੀਤੀਆਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਜਾ ਕੇ 9 ਖੰਡ ਪ੍ਰਿਥਵੀ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹੁਤਾ ਕੀਤੀ, ਦੁਨੀਆ ਨੂੰ ਸਿਮਰਨ ਬਾਣੀ ਨਾਲ ਜੋੜਿਆ। ਗੁਰਸੰਗਤ ਜੀਓ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਨਗਰ ਵਿੱਚ ਬਿਤਾਇਆ, ਜੋ ਅੱਜ ਕੱਲ੍ਹ ਦੇ ਪਾਕਿਸਤਾਨ ਦੇ ਵਿੱਚ ਹੈ, ਜਿਸ ਦਾ ਪਿੱਛੇ ਕੋਰੀਡੋਰ ਖੁੱਲ੍ਹਿਆ, ਸੰਗਤਾਂ ਦਰਸ਼ਨ ਵੀ ਕਰਨ ਜਾਂਦੀਆਂ ਰਹੀਆਂ। ਐਸ ਕਰਤਾਰਪੁਰ ਸਾਹਿਬ ਨਗਰ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖਤਾ ਦਾ ਭਲਾ ਕਰਦੇ ਹਰ ਰੋਜ਼ ਹੀ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨਾਂ ਦੇ ਲਈ ਦੁਨੀਆ ਦੇ ਕੋਨੇ-ਕੋਨੇ ਤੋਂ ਪਿਆਰ ਵਾਲੀਆਂ ਗੁਰਸਿੱਖ ਸੰਗਤਾਂ, ਗੁਰਸਿੱਖਾਂ ਤੋਂ ਬਿਨਾਂ ਕਈ ਸਾਰੇ ਮੁਸਲਮਾਨ ਗੁਰਮੁਖ ਪਿਆਰੇ, ਕਈ ਹਿੰਦੂ ਵੀਰ, ਕਈ ਯੋਗੀ, ਕਈ ਬੈਰਾਗੀ, ਕਈ ਸੰਨਿਆਸੀ ਇਤਿਆਦਿਕ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਭਾਗਾਂ ਵਾਲੇ ਹੁੰਦੇ ਉਪਦੇਸ਼ ਲੈਂਦੇ ਹਨ। ਅੱਜ ਦਾ ਸਾਡਾ ਪ੍ਰਸੰਗ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਕਿਸ ਤਰੀਕੇ ਪਰਖ ਕੀਤੀ। ਪਰਖ ਤੋਂ ਬਾਅਦ ਹੀ ਭਾਈ ਲਹਿਣੇ ਤੋਂ ਗੁਰੂ ਅੰਗਦ ਬਣਿਆ ਗਿਆ। ਉਹ ਸਾਰੀ ਪਰਖ ਦਾ ਜੋ ਹਵਾਲਾ ਹੈ ਉਹ ਬੜੇ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਰੀਕੇ ਜਿਵੇਂ ਕੱਲ੍ਹ ਆਪ ਜੀ ਨੇ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਨੇ ਅੱਕ ਰੇਤ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਉ ਬਣ ਆਈ। ਬਾਬਾ ਪੈਦਾ ਸੱਚ ਖੰਡ, 9 ਨਿਧ ਨਾਮ ਗਰੀਬੀ ਪਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਭਾਈ ਗੁਰਦਾਸ ਜੀ ਦੇ ਬੋਲ ਹਨ। ਇਸ ਤਰੀਕੇ ਦਾ ਬੜਾ ਹੀ ਤਪ ਜੋ ਗੁਰਮਤਿ ਅਨੁਸਾਰ ਹੈ ਗੁਰੂ ਪਾਤਸ਼ਾਹ ਜੀ ਨੇ ਉਹ ਕੀਤਾ ਹੈ।
ਦੁਨੀਆ ਦੇ ਵਿੱਚ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਸ, ਉਹਨਾਂ ਦੀ ਸਿਫਤ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਗਈ ਹੈ। ਕੀ ਦੇਸ਼ ਪੰਜਾਬ ਦੇ ਲੋਕ, ਕੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ, ਵਿਦੇਸ਼ਾਂ ਦੇ ਲੋਕ, ਹਰੇਕ ਘਰ ਵਿੱਚ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦੀ ਸਿਫਤ ਹੈ। ਭਾਈ ਗੁਰਦਾਸ ਜੀ ਕਹਿੰਦੇ ਘਰ ਘਰ ਬਾਬਾ ਗਾਵੀ ਹੈ। ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਸਿਫਤ ਸਲਾਹ ਹਰੇਕ ਘਰ ਵਿੱਚ ਹੁੰਦੀ ਹੈ। ਹਰੇਕ ਕੋਈ ਗੁਰਮੁਖ ਜਿਹੜਾ ਵੀ ਕੋਈ ਮਮੋਕਸ਼ੂ ਹੈ, ਮੁਕਤੀ ਦੀ ਇੱਛਾ ਵਾਲਾ ਹੈ, ਜਿਹਨੂੰ ਵੀ ਇਹ ਭਾਵਨਾ ਹੈ ਕਿ ਮੈਂ ਆਪਣਾ ਲੋਕ ਅਤੇ ਪਰਲੋਕ ਸਵਾਰ ਲਵਾਂ, ਉਹ ਹੁਣ ਕਰਤਾਰਪੁਰ ਸਾਹਿਬ ਵੱਲ ਨੂੰ ਮੂੰਹ ਹੋ ਗਿਆ ਦੁਨੀਆ ਦਾ। ਹਰ ਘਰ, ਹਰ ਨਗਰ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਆਵਾਜ਼ ਆਉਣ ਲੱਗ ਪਈ। ਘਰ ਘਰ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਗੂੰਜਣ ਲੱਗ ਪਿਆ ਹੈ। ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪਸ ਵਿੱਚ ਫਿਰ ਮਿਲਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਆਉਣ ਲੱਗੀਆਂ ਹਨ। ਹੁਣ ਕਈ ਤਰ੍ਹਾਂ ਦੀ ਸੰਗਤ ਹੁੰਦੀ ਹੈ। ਕਈਆਂ ਦਾ ਬਿਲਕੁਲ ਪਿੱਛੋਂ ਸਰਦਾ ਨਹੀਂ, ਘਰ ਪਰਿਵਾਰ ਦੀ ਜ਼ਿੰਮੇਵਾਰੀ ਸਾਰੀ ਬੰਦਿਆਂ ਦੇ ਉੱਤੇ ਹੁੰਦੀ ਹੈ। ਭਾਵੇਂ ਜਿੱਡੀ ਵੀ ਜ਼ਿੰਮੇਵਾਰੀ ਹੋਵੇ, ਪਰ ਗੁਰਸਿੱਖਾਂ ਦਾ ਫਿਰ ਵੀ ਇੱਕ ਨੇਮ ਹੁੰਦਾ ਕਿ ਉਹ ਗੁਰੂ ਦੇ ਦਰਸ਼ਨ ਉਹਨਾਂ ਨੇ ਕਰਨੇ ਹੀ ਕਰਨੇ, ਭਾਵੇਂ ਕਿੰਨਾ ਹੀ ਔਖਾ ਸਮਾਂ ਕਿਉਂ ਨਾ ਹੋਵੇ। ਫਿਰ ਉਹ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ। ਦਰਸ਼ਨ ਕਰਕੇ ਕੁਝ ਦਿਨ ਗੁਰੂ ਜੀ ਦੇ ਕੋਲ ਰਹਿ ਕੇ ਤੇ ਵਾਪਸ ਆਪਣੇ ਘਰ ਨੂੰ ਚਲੇ ਜਾਂਦੇ ਹਨ। ਪਰ ਕਈ ਗੁਰਮੁਖ ਇਤਨੇ ਪ੍ਰੇਮੀ ਹੁੰਦੇ, ਘਰੋਂ ਵੀ ਉਹਨਾਂ ਦੀ ਜ਼ਿੰਮੇਵਾਰੀ ਭਰਾ ਹੁੰਦਾ ਹੈ ਜਾਂ ਪੁੱਤਰ ਵੱਡਾ ਹੁੰਦਾ ਹੈ ਜਾਂ ਪਰਿਵਾਰ ਦੇ ਜੀ ਹੋਰ ਸਾਥੀ ਹੁੰਦੇ ਹਨ, ਉਹ ਸਾਂਭ ਲੈਂਦੇ। ਅਤੇ ਫਿਰ ਉਹ ਗੁਰਸਿੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਕਰਤਾਰਪੁਰ ਸਾਹਿਬ ਵਿਖੇ ਕਈ ਕਈ ਦਿਨ, ਕਈ ਕਈ ਮਹੀਨੇ ਤੱਕ ਵੀ ਠਹਿਰ ਜਾਂਦੇ ਹਨ। ਇਉਂ ਮਾਨੋ ਕਿ ਕਰਤਾਰਪੁਰ ਸਾਹਿਬ ਵਿੱਚ ਬਹੁਤ ਵੱਡੀ ਸੰਗਤਾਂ ਦੀ ਭੀੜ, ਇਕੱਠ, ਮੇਲ ਮਿਲਾਪ ਹੋਣ ਲੱਗ ਪਿਆ। ਰੋਜ਼ ਹੀ ਮਾਨੋ ਮੇਲਾ ਸੰਗਤਾਂ ਦਾ ਲੱਗਿਆ ਰਹਿੰਦਾ ਹੈ। ਗੁਰੂ ਘਰ ਦੇ ਅੰਦਰ ਦੋਵੇਂ ਸਮੇਂ ਲੰਗਰ ਮਿਲਦਾ ਹੈ, ਲੰਗਰ ਚੱਲਦਾ। ਇਹਦੇ ਵਿੱਚ ਜਿੱਥੇ ਸ਼ਰਧਾਲੂ ਆਉਂਦੇ ਹਨ, ਪਿਆਰ ਵਾਲੇ ਹਨ ਆਉਂਦੇ ਹਨ, ਉੱਥੇ ਇਸ ਗੱਲ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਕਈ ਲੋਕ ਕੇਵਲ ਖਾਣ ਪੀਣ ਕਰਕੇ ਹੀ ਆ ਜਾਇਆ ਕਰਦੇ, ਵੀ ਨਾਲੇ ਚਲੋ ਮੇਲਾ ਗੇਲਾ ਦੇਖ ਲਵਾਂਗੇ, ਕੰਮ ਧੰਦਾ ਕੋਈ ਕਰਨਾ ਨਹੀਂ ਪਊਗਾ, ਲੰਗਰ ਗੁਰਦੁਆਰੇ ਮਿਲ ਜਾਂਦਾ, ਖਾ ਕੇ ਪ੍ਰਸ਼ਾਦੇ ਘੁੰਮ ਘੰਮ ਲੈਂਦੇ। ਕਈ ਇੱਦਾਂ ਦੇ ਅਨਅਧਿਕਾਰੀ ਲੋਕ ਵੀ ਆਉਣ ਲੱਗ ਪਏ ਹਨ। ਪਰ ਗੁਰੂ ਘਰ ਦੇ ਅੰਦਰ ਕਦੇ ਕਿਸੇ ਚੀਜ਼ ਦੀ ਕਮੀ ਥੋੜ੍ਹਾ, ਨਾ ਕਿਸੇ ਨਾਲ ਕਦੇ ਵਿਤਕਰਾ ਕੀਤਾ ਜਾਂਦਾ ਹੈ। ਸੰਗਤ ਅਤੇ ਪੰਗਤ ਦੇ ਵਿੱਚ ਵਿਤਕਰਾ ਕੀਤਾ ਹੀ ਨਹੀਂ ਜਾਂਦਾ। ਦੋਵੇਂ ਸਮੇਂ ਜਦ ਲੰਗਰ ਬਣਦਾ ਹੈ ਅਤੇ ਸਾਰੇ ਗੁਰਸਿੱਖਾਂ ਨੇ ਭੋਜਨ ਲੰਗਰ ਵਿੱਚ ਛਕਣਾ ਹੈ। ਜਿਹੜਾ ਲੰਗਰ ਦੇਗ ਪ੍ਰਸ਼ਾਦਾ ਬਣਦਾ ਹੈ ਉਹ ਸਾਰੇ ਗੁਰਸਿੱਖ ਛਕਦੇ ਹਨ। ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸੰਗਤ ਆਉਂਦੀ ਹੈ, ਕੋਈ ਗਿਣਤੀ ਥੋੜ੍ਹਾ ਕਿ ਕਿੰਨੀ ਕੁ ਸੰਗਤ ਆਉਂਦੀ ਹੈ। ਕਵੀ ਜੀ ਕਹਿੰਦੇ ਅਪਰਮਾਨ ਗਿਣਤੀ ਨਾ ਕੋ ਦਰਸ਼ਨ ਕਰ ਹਰ ਖਾਏ। ਕਹਿੰਦੇ ਅਪਰਮਾਨ, ਕੋਈ ਆਖੇ ਜੀ ਕਿੰਨੀ ਕੁ ਸੰਗਤ ਸੀ, ਕਹਿੰਦੇ ਗਿਣਤੀ ਨਹੀਂ ਕੋਈ। ਸੰਗਤ ਦੀ ਕੀ ਗਿਣਤੀ ਕਰੋਗੇ? ਸੰਗਤ ਦਾ ਪਤਾ ਲੱਗਦਾ ਮਿੰਟਾਂ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਆ ਜਾਂਦੀ ਹੈ।
ਤਾਂ ਗਿਣਤੀ ਨਹੀਂ, ਇਹ ਤੇ ਜਿਹਨੇ ਦੇਖੀ ਨਾ ਸੰਗਤ ਉਹ ਖੁਸ਼ ਹੋ ਜਾਂਦਾ ਸੀ। ਐਡਾ ਭਾਰੀ ਗੁਰੂ ਕੀਆਂ ਸੰਗਤਾਂ ਦਾ ਜੋੜ ਮੇਲਾ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੁੰਦਾ ਹੈ। ਇਸੇ ਤਰੀਕੇ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਰਿਹਾ। ਬਹੁਤ ਸੰਗਤਾਂ ਨੇ ਰੋਜ਼ ਆਉਣਾ, ਰੋਜ਼ ਹੀ ਕਈ ਪੁਰਾਣਿਆਂ ਨੇ ਚਲੇ ਜਾਣਾ। ਇਉਂ ਕਈ ਸਾਲ ਕਰਤਾਰਪੁਰ ਸਾਹਿਬ ਵਿਖੇ ਇਉਂ ਹੀ ਸੰਗਤਾਂ ਦੇ ਵਿੱਚ ਗੁਰੂ ਜੀ ਦੇ ਬਤੀਤ ਹੋ ਗਏ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਨੂੰ 3 ਉਪਦੇਸ਼ ਦਿੰਦੇ ਵੱਡੇ। ਸਭ ਤੋਂ ਪਹਿਲਾਂ ਨਾਮ, ਫਿਰ ਦਾਨ, ਇਸ਼ਨਾਨ। ਇਸ਼ਨਾਨ ਦੇ ਨਾਲ ਸਰੀਰ ਦਾ ਸੰਬੰਧ ਹੈ ਸਾਧ ਸੰਗਤ ਜੀ। ਸਰੀਰ ਦੀ ਸ਼ੁੱਧਤਾ, ਇਸ਼ਨਾਨ ਪਾਣੀ ਕਰਨਾ ਇਹ ਬਹੁਤ ਲਾਜ਼ਮੀ ਹੈ। ਅਗਰ ਇਸ਼ਨਾਨ ਨਾ ਕੀਤਾ ਜਾਏ ਤਾਂ ਸਰੀਰ ਸਵਸਥ ਨਹੀਂ ਰਹਿ ਸਕਦਾ। ਸਰੀਰ ਹੈ ਜਿਹੜਾ ਚੁਸਤ ਨਹੀਂ ਰਹਿ ਸਕਦਾ। ਆਲਸੀ ਬੰਦਾ ਕਦੇ ਭਗਤੀ ਨਹੀਂ ਕਰ ਸਕਦਾ, ਸਿਮਰਨ ਨਹੀਂ ਕਰ ਸਕਦਾ। ਅਧਿਆਤਮਿਕ ਤੌਰ 'ਤੇ ਉਹਨੇ ਕੀ ਤਰੱਕੀ ਕਰਨੀ? ਦੁਨੀਆ ਦੇ ਵਿੱਚ ਵੀ ਉਹ ਬੰਦਾ ਜਿਹੜਾ ਕੋਈ ਸਰੀਰਕ ਤੌਰ 'ਤੇ ਸੁਚਮਤਾ ਨਹੀਂ ਰੱਖਦਾ, ਉਹ ਬੰਦਾ ਤਰੱਕੀ ਨਹੀਂ ਕਰ ਸਕਦਾ। ਇਸ਼ਨਾਨ ਦੇ ਵਿੱਚ ਸੁੱਚਤਾ ਆ ਜਾਂਦੀ ਹੈ, ਕੱਪੜੇ ਲੀੜੇ ਧੋਣੇ, ਸਾਫ ਸਫਾਈ ਸਾਰਾ ਕੁਝ ਆ ਜਾਂਦਾ ਹੈ। ਫਿਰ ਨਾਮ ਦੀ ਗੱਲ, ਨਾਮ ਹੈ ਜਿਹੜਾ ਆਪਣੇ ਜੀਵਨ ਦੇ ਲਈ, ਲੋਕ ਅਤੇ ਪਰਲੋਕ ਦੋਵਾਂ ਲਈ ਲਾਜ਼ਮੀ ਹੈ, ਆਤਮਿਕ ਅਵਸਥਾ। ਅਤੇ ਤੀਜਾ ਹੈ ਦਾਨ। ਦਾਨ ਹੈ ਜਿਹੜਾ ਕੋਈ ਬੰਦਾ ਦਾਨ ਉਹੀ ਕਰ ਸਕਦਾ ਨਾ ਜਿਹੜਾ ਕਿਰਤੀ ਹੋਏਗਾ। ਜਿਹੜਾ ਕੋਈ ਆਪੇ ਵਿਚਾਰਾ ਮੰਗ ਕੇ ਖਾਂਦਾ ਹੈ ਉਹ ਕੀ ਦਾਨ ਕਰੇਗਾ? ਇਸ ਲਈ ਦਾਨ ਕਰਨ ਦੇ ਲਈ ਕਿਰਤੀ ਹੋਣਾ ਲਾਜ਼ਮੀ। ਅਤੇ ਜੇ ਕਿਰਤੀ ਹਾਂ ਤਾਂ ਦਾਨ ਕਰਨਾ ਜ਼ਰੂਰੀ ਹੈ, ਲਾਜ਼ਮੀ ਹੈ। ਅਗਰ ਵਾਹਿਗੁਰੂ ਨੇ ਕੋਈ ਸਾਨੂੰ ਇਸ ਤਰ੍ਹਾਂ ਦਾ ਗੁਣ ਬਖਸ਼ਿਆ, ਕੋਈ ਇਸ ਤਰ੍ਹਾਂ ਦੀ ਡਿਊਟੀ ਬਖਸ਼ ਦਿੱਤੀ ਜਿਹਦੇ ਕਰਕੇ ਸਾਡੇ ਕੋਲ ਕੋਈ ਧਨ ਹੈ, ਕੋਈ ਮਾਲ ਹੈ, ਕੋਈ 4 ਪੈਸੇ ਆਉਂਦੇ ਹਨ, ਅਤੇ ਉਹ ਇਕੱਲਾ ਸਾਡਾ ਹੱਕ ਨਹੀਂ, ਉਹਦੇ ਵਿੱਚੋਂ ਕੁਝ ਹਿੱਸਾ ਸਮਾਜ ਦੇ ਭਲੇ ਦੇ ਲਈ, ਲੋੜਵੰਦਾਂ ਦੇ ਲਈ, ਗਰੀਬ ਗਰੂਬੇ ਦੇ ਲਈ, ਕੋਈ ਬਿਮਾਰ ਠਮਾਰ ਮਰੀਜ਼ ਹੋਵੇ ਉਹਦੇ ਲਈ ਲਾ ਦੇਣਾ ਚਾਹੀਦਾ। ਇਹਦੇ ਨਾਲ ਜਿਹੜਾ ਸਮਾਜ ਦਾ ਬੈਲੈਂਸ ਬਣਿਆ ਰਹਿੰਦਾ। ਅਗਰ ਕੋਈ ਬੰਦਾ ਅਗਰ ਦਾਨ ਨਾ ਹੋਏ, ਦਾਨ ਬਿਰਤੀ ਨਾ ਹੋਏ, ਅਤੇ ਸਾਧ ਸੰਗਤ ਜੀ ਸਮਾਜ ਹੈ ਨਾ ਜਿਹੜਾ ਬਹੁਤ ਰੁਗਨ ਹੋ ਜਾਂਦਾ, ਰੋਗੀ ਹੋ ਜਾਂਦਾ ਹੈ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਦਾ ਉਪਦੇਸ਼ ਦੇਣਾ ਕਿ ਭਾਈ ਸਭ ਤੋਂ ਲਾਜ਼ਮੀ ਹੈ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਸਿਮਰਨ ਜ਼ਰੂਰ ਕਰਨਾ। ਨਾਲ ਇਸ਼ਨਾਨ ਪਾਣੀ ਜ਼ਰੂਰ ਕਰਨਾ, ਸਰੀਰ ਦੀ ਸੁਚਮਤਾ, ਅਤੇ ਨਾਲ ਕਿਰਤ ਵਿਰਤ ਕਰੋ ਅਤੇ ਆਪਣੇ ਹੱਥੀਂ ਆਪਣੀ ਕਮਾਈ 'ਚੋਂ ਦਸਵੰਧ ਜ਼ਰੂਰ ਕੱਢੋ, ਅਤੇ ਤਾਂ ਕਿ ਲੋੜਵੰਦਾਂ ਦੀ ਵੀ ਸਹਾਇਤਾ ਹੋਈ ਜਾਵੇ। ਜਿੱਥੇ ਕਿਤੇ ਵੀ ਸੰਗਤਾਂ ਗੁਰੂ ਨਾਨਕ ਦੇ ਘਰ ਨਾਲ ਪ੍ਰੇਮ ਕਰਨ ਵਾਲੀਆਂ, ਉੱਥੋਂ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਘਰ ਘਰ ਦੇ ਅੰਦਰ ਗੁਰੂ ਨਾਨਕ ਦੇ ਸਿੱਖਾਂ ਦੇ ਘਰਾਂ 'ਚੋਂ ਪਾਵਨ ਬਾਣੀ ਦੇ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ ਹਨ। ਅਤੇ ਗੁਰੂ ਕੇ ਸਿੱਖਾਂ ਦੀ ਜਿਹੜੀ ਮੱਤ ਹੈ ਨਾ ਜੀ, ਇਹ ਵੀ ਬੜੀ ਉੱਚੀ ਹੈ, ਸ੍ਰੇਸ਼ਟ ਮੱਤ ਹੈ, ਭਗਤੀ ਅਤੇ ਨਾਮ ਵਿੱਚ ਰੰਗੀ ਜਾਂਦੀ ਹੈ। ਚਾਰੇ ਪਾਸੇ ਪੂਰਬ, ਪੱਛਮ, ਉੱਤਰ, ਦਕਸ਼ਿਣ, ਚਾਰੇ ਪਾਸੇ ਗੁਰਸਿੱਖ ਜੈ ਜੈਕਾਰ, ਜੈ ਜੈਕਾਰ ਕਰ ਰਹੇ ਹਨ। ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਗੁਰਸਿੱਖ ਕਰਦੇ ਹਨ। ਕੋਈ ਗੁਰਸਿੱਖ ਕਿਸੇ ਬਾਣੀ ਦੇ ਸ਼ਬਦ ਦਾ ਅਭਿਆਸ ਕਰਦਾ ਹੈ, ਕੋਈ ਕਿਸੇ ਬਾਣੀ ਨੂੰ ਪੜ੍ਹਦਾ ਹੈ, ਕੋਈ ਜਪਜੀ ਸਾਹਿਬ ਨਾਲ ਜੁੜਿਆ ਹੋਇਆ, ਕੋਈ ਸਿੱਧ ਗੋਸ਼ਟ ਨਾਲ ਜੁੜਿਆ ਹੈ, ਕੋਈ 52 ਅੱਖਰੀ ਨਾਲ ਜੁੜਿਆ, ਜਾਂ ਕਹਿ ਲਓ ਕਿ ਕੋਈ ਪੱਟੀ ਬਾਣੀ ਨਾਲ ਜੁੜਿਆ, ਜਾਂ ਕੋਈ ਦੱਖਣੀ ਓਂਕਾਰ ਬਾਣੀ ਨਾਲ ਜੁੜਿਆ, ਕੋਈ ਆਸਾ ਕੀ ਵਾਰ ਦਾ ਹੀ ਕੀਰਤਨ ਕਰੀ ਜਾਂਦਾ। ਗੁਰੂ ਨਾਨਕ ਦੀ ਬਾਣੀ ਹੈ ਨਾ ਜਿਹੜੀ, ਇਹਨਾਂ ਬਾਣੀਆਂ ਦਾ ਅਭਿਆਸ ਗੁਰਸਿੱਖਾਂ ਵਿੱਚ ਬਹੁਤ ਪ੍ਰਚਲਿਤ ਹੋ ਰਿਹਾ ਹੈ। ਹੁਣ ਗੁਰੂ ਜੀ ਨੇ ਕਈ ਸਾਲ ਪਹਿਲਾਂ ਤੁਰ ਫਿਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ। ਆਮ ਕਹਾਵਤ ਹੈ ਕਿ ਪਿਆਸਾ ਖੂਹ ਕੋਲ ਆਉਂਦਾ,
ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਉਲਟੀ ਗੰਗ ਬਹਾਏ। ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਉਲਟੀ ਗੰਗਾ ਬਹਾ ਦਿੱਤੀ। ਪਿਆਸਾ ਖੂਹ ਕੋਲ ਕੀ, ਪਿਆਸੇ ਦੇ ਕੋਲ ਸਮੁੰਦਰ ਚੱਲਿਆ ਗਿਆ। ਭਾਵ ਲੋਕਾਂ ਦੇ ਘਰਾਂ ਘਰਾਂ ਵਿੱਚ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਪਦੇਸ਼ ਦਿੱਤਾ। ਐਸਾ ਕਦੇ ਹੁੰਦਾ ਨਹੀਂ, ਪਰ ਗੁਰੂ ਨਾਨਕ ਘਰ ਘਰ ਅੰਦਰ ਜਾ ਕੇ ਲੋਕਾਂ ਨੂੰ ਨਗਰਾਂ ਵਿੱਚ ਜਾ ਕੇ ਉਪਦੇਸ਼ ਦਿੰਦੇ ਰਹੇ। ਫਿਰ ਕਰਤਾਰਪੁਰ ਸਾਹਿਬ ਵੀ ਕਈ ਸਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਬਾਣੀ ਦਾ ਛਿੱਟਾ ਦੇ ਕੇ ਟੁੱਟੀਆਂ ਹੋਈਆਂ ਰੂਹਾਂ ਨੂੰ ਨਾਮ ਨਾਲ ਜੋੜ ਕੇ ਸਿੰਜਿਆ। ਪਰ ਹੁਣ ਘੜੀ ਸੀ ਪਰਖ ਦੀ। ਦੇਖਣਾ ਹੁੰਦਾ ਹਰੇਕ ਜ਼ਿਮੀਂਦਾਰ ਜਿਹੜਾ ਬੀਜ ਬੀਜਦਾ ਹੈ ਉਹ ਇਹ ਵੇਖਦਾ ਵੀ ਹੁੰਦਾ ਕਿ ਜੋ ਬੀਜ ਬੀਜਿਆ ਕੀ ਇਹਦੇ ਵਿੱਚ ਕੋਈ ਬੂਟੇ ਨੂੰ ਫਲ ਵੀ ਲੱਗਿਆ ਕਿ ਨਹੀਂ, ਜਾਂ ਉੱਦਾਂ ਹੀ ਫਲਦੇ ਆ ਫੁੱਲਦੇ ਆ, ਇਹਨਾਂ ਦੇ ਵਿੱਚ ਹੈ ਨਹੀਂ ਕੋਈ ਦਾਣਾ ਹੈ ਵੀ ਕਿ ਨਹੀਂ, ਇਹ ਵੀ ਵੇਖਣਾ ਹੁੰਦਾ। ਪਰਖ ਬੜੀ ਲਾਜ਼ਮੀ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਹੁਣ ਇਹਨਾਂ ਦੀ ਪਰਖ ਕਰਨੀ ਚਾਹੀ ਹੈ। ਕਵੀ ਜੀ ਕਹਿੰਦੇ ਹੁਣ ਉਹ ਵੀ ਬੜੀ ਰੌਚਕ ਬੜੀ ਅਨੋਖੀ ਅਲੌਕਿਕ ਕਥਾ ਹੈ। ਜਿਵੇਂ ਪਰਖ ਹੋਈ ਗੁਣਾਂ ਦੇ ਸਾਗਰ ਸਤਿਗੁਰੂ ਗੁਰੂ ਨਾਨਕ ਦੇਵ ਨੇ, ਸਤਿਗੁਰੂ ਜੀ ਨੇ ਜੋ ਪਰਖ ਕੀਤੀ ਸਤਿਗੁਰੂ ਸਾਹਿਬ ਜੀ ਨੇ, ਉਹ ਵੀ ਕਥਾ ਆਪ ਜੀ ਸੁਣੋ ਪ੍ਰੇਮ ਨਾਲ ਜੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਕੀਤਾ ਹੈ, ਬਰਜ ਦੀਨ ਕਹਿ ਕਰ ਨਾ ਰਸੋਈ। ਗੁਰੂ ਨਾਨਕ ਦੇਵ ਨੇ ਦੇਖਿਆ, ਸਤਿਗੁਰੂ ਨੇ ਵੀ ਇੱਥੇ ਤੇ ਬਹੁਤ ਲੋਕਾਂ ਦਾ ਇਕੱਠ ਹੋਣ ਲੱਗ ਗਿਆ, ਪਰ ਜ਼ਿਆਦਾ ਲੋਕ ਉਹਨੇ ਲੰਗਰ 'ਚ ਜ਼ਿਆਦਾ ਭੀੜ ਹੋਵੇ, ਦੀਵਾਨ ਵਿੱਚ ਭੀੜ ਹੋਵੇ ਨਾ। ਜਦੋਂ ਕੀਰਤਨ ਹੋਵੇ ਕਥਾ ਹੋਵੇ ਉਦੋਂ 4 ਜਣੇ ਵੀ ਨਾ ਬੈਠਣ ਜੁੜਨ, ਜਦੋਂ ਲੰਗਰ ਚੱਲੇ ਤੇ ਉੱਥੇ ਗਿਣਤੀ ਬਹੁਤ। ਗੁਰੂ ਜੀ ਨੇ ਦੇਖਿਆ ਵੀ ਇਹ ਗੱਲ ਗੁਰੂ ਘਰ ਇਕੱਲਾ ਢਿੱਡ ਭਰਨ ਲਈ ਨਹੀਂ ਆ। ਗੁਰੂ ਘਰ ਦੇ ਅੰਦਰ ਆਤਮਿਕ ਜੀਵਨ ਵੀ ਗੁਰਸਿੱਖਾਂ ਨੂੰ ਮਿਲਦਾ ਹੈ। ਠੀਕ ਹੈ ਲੰਗਰ ਲਾਜ਼ਮੀ ਹੈ ਸਰੀਰ ਦੇ ਲਈ, ਫਿਰ ਮਨ ਦਾ ਜੋ ਮਨ ਦੀ ਖੁਰਾਕ ਹੈ ਬਾਣੀ ਕੀਰਤਨ ਉਹ ਵੀ ਬੜਾ ਲਾਜ਼ਮੀ ਹੈ। ਤਾਂ ਮਹਾਰਾਜ ਨੇ ਜਦ ਵੇਖਿਆ ਕਿ ਲੋਕਾਂ ਦੀ ਰੁਚੀ ਕੇਵਲ ਲੰਗਰ ਵਾਲਿਆਂ ਦੀ ਹੋ ਗਈ, ਸਵਾਦੂਆਂ ਦੀ ਜ਼ਿਆਦਾ ਹੋ ਗਈ, ਗੁਰੂ ਜੀ ਨੇ ਸੇਵਾਦਾਰ ਨੂੰ ਲਾਂਗਰੀ ਨੂੰ ਕਹਿ ਕੇ ਰਸੋਈ ਬੰਦ ਕਰਵਾ ਦਿੱਤੀ ਹੈ। ਕਹਿੰਦੇ ਭਾਈ ਇਉਂ ਕਰੋ ਲੰਗਰ ਦਿਨ 'ਚ ਸਿਰਫ ਇੱਕ ਵੇਲੇ ਹੀ ਬਣਾਇਆ ਕਰੋ। ਇਹ ਪਰਖ ਕੀਤੀ ਮਹਾਰਾਜ ਜੀ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੱਖਾਂ ਨੂੰ ਆਖਿਆ। ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਪੇਟੂ ਨਹੀਂ ਬਣਾਇਆ। ਹੁਣ ਵੀ ਤੁਸੀਂ ਕਿਤੇ ਵੇਖਦੇ ਨਾ, ਆਮ ਕਿਤੇ ਸਾਧੂ ਸੰਤ ਨੇ ਆਉਣਾ ਹੋਵੇ ਦੀਵਾਨ ਲਾਉਂਦੇ, ਜਿਹੜਾ ਦੀਵਾਨ ਕਹਿੰਦੇ, ਦੀਵਾਨ ਕੀਰਤਨ ਦਾ ਸਮਾਂ ਲਿਖਿਆ ਹੋਊ, ਪਰ ਮੋਟੇ ਮੋਟੇ ਅੱਖਰਾਂ 'ਚ ਜਿਹੜਾ ਦੂਰੋਂ ਹੀ ਚਮਕੇ ਉਹ 'ਤੇ ਲਿਖਿਆ ਹੁੰਦਾ ਜਲੇਬੀਆਂ ਦਾ ਲੰਗਰ ਵਿਸ਼ੇਸ਼ ਕਰਕੇ ਚੱਲੇਗਾ। ਲੰਗਰ ਪਹਿਲਾਂ ਜ਼ਰੂਰ ਲਿਖਦੇ ਤੇ ਫਿਰ ਉਹਨਾਂ ਨੂੰ ਪੁੱਛਿਆ ਵੀ ਜਾਂਦਾ ਵੀ ਕਿਉਂ, ਕਹਿੰਦੇ ਜੀ ਲੰਗਰ ਦੇ ਟਾਈਮ 'ਤੇ ਜੁੜ ਜਾਂਦੇ ਆ ਜ਼ਿਆਦਾ ਸਰੀਰ। ਮੈਂ ਕਿਹਾ ਵੀ ਗੁਰੂ ਕੀ ਸੰਗਤ ਇੰਨੀ ਲਾਲਚੀ ਤਾਂ ਨਹੀਂ ਹੁੰਦੀ ਕਿ ਇਕੱਲੇ ਲੰਗਰ ਲਈ ਉਹ ਆਵੇ। ਗੁਰੂ ਕੀ ਸੰਗਤ ਜ਼ਰੂਰੀ ਹੈ, ਚਲੋ ਪ੍ਰਸ਼ਾਦ ਸਮਝ ਕੇ ਜ਼ਰੂਰ ਲੰਗਰ ਵਿੱਚੋਂ ਥੋੜ੍ਹਾ ਜਿਹਾ ਜਲ ਪਾਣੀ ਅੰਗੀਕਾਰ ਕਰਨਾ ਚਾਹੀਦਾ। ਕਈ ਗੁਰਸਿੱਖ ਆਪਣੇ ਘਰੋਂ ਬਣਾ ਲਿਆਉਂਦੇ ਆ, ਜਿੰਨਾ ਕੁ ਆਪ ਛਕਣਾ ਹੁੰਦਾ ਲੰਗਰ 'ਚ ਪਾਉਂਦੇ ਆ ਕੇ, ਅਤੇ ਆਪ ਥੋੜ੍ਹਾ ਜਿਹਾ ਲੰਗਰ 'ਚੋਂ ਛਕ ਵੀ ਲੈਂਦੇ ਆ। ਕਿਉਂ? ਉਹਨੂੰ ਮੰਨਦੇ ਆ ਕਿ ਗੁਰੂ ਕਾ ਲੰਗਰ ਪ੍ਰਸ਼ਾਦ ਰੂਪ ਮਾਤਰ ਹੈ। ਪਰ ਇਕੱਲਾ ਇਹ ਨਹੀਂ ਕਿ ਲੰਗਰਾਂ ਦਾ ਜਾਂ ਭੋਜਨ ਦਾ ਜਾਂ ਪਦਾਰਥਾਂ ਦਾ ਹੀ ਸਵਾਦ ਹੋਵੇ, ਐਸਾ ਗੁਰਸਿੱਖ ਦਾ ਜੀਵਨ ਨਹੀਂ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ, ਕਹਿੰਦੇ ਭਾਈ ਲੰਗਰ ਇੱਕ ਵੇਲੇ ਦਾ ਕਰ ਦਿਓ, ਤਾਂ ਕਿ ਜਿਹੜੇ ਤਰ੍ਹਾਂ ਤਰ੍ਹਾਂ ਦੇ ਢਿੱਡ 'ਤੇ ਹੱਥ ਫੇਰ ਕੇ ਢਿੱਡ ਖੜਕਾ ਕੇ ਰੋਟੀਆਂ ਖਾ ਕੇ ਤੇ ਸੌਣ ਵਾਲੇ ਸਨ, ਉਹਨਾਂ ਦੀ ਛਾਂਟੀ ਜੋ ਕਰਨੀ ਸੀ ਗੁਰੂ ਜੀ ਨੇ। ਤੇ ਨਾਲ ਮਹਾਰਾਜ ਨੇ ਆਖਿਆ, ਕਹਿੰਦੇ ਇਉਂ ਕਰੋ ਭਾਈ, ਹੁਣ ਖੇਤੀ ਵੀ ਕਰਨੀ ਆ, ਲੰਗਰ ਜੇ ਛਕਦੇ ਹਾਂ ਤੇ ਜ਼ਮੀਨ ਵਾਹੀ ਵੀ ਤਾਂ ਕਰਨੀ ਪੈਣੀ। ਗੁਰੂ ਜੀ ਨੇ ਆਖਿਆ ਚੱਕੋ ਹਲ ਸਾਰੇ, ਕਰੋ ਕੰਮ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰਿਆਂ ਨੂੰ ਖੇਤੀ ਵੱਲ ਨੂੰ ਵੀ ਲਾਇਆ ਹੈ। ਮਹਾਰਾਜ ਕਹਿੰਦੇ ਖੇਤੀ ਬਹੁਤ ਉੱਤਮ ਕਾਰਜ ਹੈ। ਸਾਧ ਸੰਗਤ ਜਿਹੜੀ ਕਿਰਸਾਨੀ ਕਰਨੀ ਹੈ ਨਾ, ਸਭ ਤੋਂ ਉੱਤਮ ਕੰਮ ਹੁੰਦਾ ਹੈ। ਸਾਰੀ ਦੁਨੀਆ ਦਾ ਦਾਰੋ ਮਦਾਰ ਕਿਰਸਾਨੀ 'ਤੇ ਹੀ ਹੁੰਦਾ ਹੈ। ਭਾਵੇਂ ਕਿ
ਕਿਸਾਨ ਨੂੰ ਇਹ ਸਭ ਤੋਂ ਵੱਧ ਮਾਰਿਆ ਜਾ ਰਿਹਾ ਹੈ, ਪਰ ਸਭ ਤੋਂ ਉੱਤਮ ਕਾਰ ਹੈ ਖੇਤੀ। ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਕਹਿੰਦੇ ਇਹ ਖੇਤੀ ਵੀ ਕਰੋ ਭਾਈ ਮਨ ਲਾ ਕੇ। ਤੇ ਮਹਾਰਾਜ ਕਹਿਣ ਲੱਗੇ, ਕਹਿੰਦੇ ਨਿਤ ਉਜਲ ਹੋਇਆ ਬੁੱਧ ਸਵਾਈ। ਗੁਰੂ ਘਰ ਦੀ ਖੇਤੀ ਕਰਨੀ, ਗੁਰੂ ਘਰ ਦੀ ਸੇਵਾ ਕਰਨੀ, ਇਹਦੇ ਨਾਲ ਸਰੀਰਕ ਸੇਵਾ ਦੇ ਨਾਲ ਸਰੀਰਕ ਰੋਗ ਕੱਟੇ ਜਾਂਦੇ। ਸਾਧ ਸੰਗਤ, ਕਈ ਬੰਦੇ ਰੋਗ ਕਟਵਾਉਣਾ ਚਾਹੁੰਦੇ, ਮੈਨੂੰ ਆਹ ਰੋਗ ਹੈ, ਬਸ ਇੱਕ ਦੂਜੇ ਆ ਕੇ ਨਿੰਦਿਆ ਚੁਗਲੀ ਤੋਂ ਖਹਿੜਾ ਨਹੀਂ ਛੱਡਦੇ, ਆ ਕੇ ਆਪਣੇ ਅਹੁਦਿਆਂ ਦੀ ਧੌਂਸ ਜਮਾਉਣ ਲੱਗ ਜਾਣਗੇ ਤੇ ਉਂਗਲਾਂ ਹਿਲਾਉਣਗੇ ਵੀ ਖੌਰੇ ਉਂਗਲਾਂ ਨਾਲੇ ਹੋ ਜੂ। ਨਾ, ਮਨ ਨੀਵਾਂ ਕਰਕੇ ਮਨ ਮਾਰ ਕੇ ਸੇਵਾ ਕਰ ਲਓ, ਮਹੀਨਾ ਸਵਾ ਮਹੀਨਾ ਗੁਰੂ ਘਰ ਭਾਂਡੇ ਮਾਂਜ ਲਓ, ਝਾੜੂ ਮਾਰ ਲਓ, ਐਨ ਆਪਣੀ ਹਉਮੈ ਹੰਗਤਾਂ ਨੂੰ ਛੱਡ ਕੇ ਕਰ ਲਓ। ਤੁਹਾਨੂੰ ਥੋੜ੍ਹੇ ਦਿਨਾਂ 'ਚ ਤੁਹਾਡਾ ਰੋਗ ਹੈ ਜਿਹੜਾ ਘਟਣ ਲੱਗ ਜਾਏਗਾ। ਕਰੋ ਨਾ, ਸੇਵਾ ਕਰਨੀ ਪਏਗੀ। ਅਤੇ ਜੇ ਸੇਵਾ ਨਾ ਕਰੀਏ, ਬਾਣੀ ਪੜ੍ਹੀਏ ਨਾ, ਅਤੇ ਉਂਝ ਗੱਲਾਂ ਬਾਤਾਂ ਜੀ ਕਰੀ ਜਾਈਏ, ਅਤੇ ਸਾਧ ਸੰਗਤ ਨਾਲੇ ਤਾਂ ਆਪਣਾ ਮਨ ਟੁੱਟਦਾ, ਨਾਲੇ ਅਸੀਂ ਚਾਰ ਦਾ ਹੋਰ ਦਾ ਮਨ ਤੋੜਦੇ। ਆਖੇ ਜੀ ਅਸੀਂ ਤਾਂ ਗੁਰਦੁਆਰੇ ਵੀ ਗਏ ਸੀ, ਸਾਡਾ ਬਣਿਆ ਕੁਝ ਨਹੀਂ, ਤੇਰਾ ਕੀ ਬਣਨਾ, ਤੂੰ ਤਾਂ ਚਾਰ ਜਣਿਆਂ ਨੂੰ ਉੱਥੇ ਹੋਰ ਨੂੰ ਤੰਗ ਕਰਿਆ ਆ। ਇਸ ਲਈ ਇੱਦਾਂ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਨੇ ਹੱਥੀਂ ਸੇਵਾ ਦੀ ਪਿਰਤ ਗੁਰਸਿੱਖਾਂ ਨੂੰ ਦਿੱਤੀ ਹੈ, ਔਰ ਸੇਵਾ ਗੁਰੂ ਘਰ ਦੇ ਵਿੱਚ ਬੜੀ ਲਾਜ਼ਮੀ ਹੈ ਜੀ। ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਇਹ ਉਪਦੇਸ਼ ਦੇ ਕੇ ਭਾਈ ਹੱਥੀਂ ਸੇਵਾ ਲਾਜ਼ਮੀ ਹੈ, ਇਉਂ ਕਹਿ ਕੇ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ ਹੈ। ਸਾਰਾ ਦਿਨ ਸਵੇਰ ਨੂੰ ਚਲੇ ਜਾਣਾ ਖੇਤਾਂ ਦੇ ਵਿੱਚ, ਵਾਹੀ ਕਰਨੀ, ਗੋਡੀ ਕਰਨੀ, ਬੀਜ ਬੀਜਣੇ, ਸਾਰਾ ਕੁਝ ਕਰਨਾ, ਸਾਰਾ ਦਿਨ ਸੇਵਾ ਵਿੱਚ ਲਾ ਕੇ ਰੱਖਣਾ। ਜਿਹੜੇ ਤਾਂ ਭਾਈ ਪਿਆਰ ਵਾਲੇ ਸਿੱਖ, ਉਹਨਾਂ ਨੂੰ ਨਹੀਂ ਫਰਕ ਪੈਂਦਾ। ਉਹ ਤਾਂ ਕਹਿੰਦੇ ਆ ਕੋਈ ਗੱਲ ਨਹੀਂ ਮਹਾਰਾਜ, ਭਾਵੇਂ ਮੇਰੇ ਤੋਂ ਗੋਡੀ ਕਰਾ ਲਓ, ਭਾਵੇਂ ਮੈਨੂੰ ਜੋੜਿਆਂ 'ਚ ਬਿਠਾ ਦਿਓ ਤਾਂ ਵੀ ਕੋਈ ਗੱਲ ਨਹੀਂ, ਭਾਵੇਂ ਤਖਤ 'ਤੇ ਬਿਠਾ ਦਿਓ ਤਾਂ ਵੀ ਸਿੱਖ ਨੂੰ ਕੋਈ ਫਰਕ ਨਹੀਂ ਪੈਂਦਾ। ਸਿੱਖ ਨੂੰ ਤਾਂ ਨਵਾਬੀ ਵੀ ਦੇ ਦਿੱਤੀ ਜਾਏ ਤੇ ਸਿੱਖ ਕਹਿੰਦਾ ਮੈਨੂੰ ਘੋੜਿਆਂ ਦੀ ਜਿਹੜੀ ਸੇਵਾ ਨਾ, ਲਿੱਦ ਚੱਕਣ ਦੀ, ਉਹ ਨਾ ਮੇਰੀ ਖੋਇਓ, ਕਿਉਂਕਿ ਸੇਵਾ ਵਿੱਚੋਂ ਮਾਣ ਮਿਲਦਾ ਹੈ। ਪਰ ਜਿਹੜੇ ਸਾਧ ਸੰਗ ਸਿੱਖੀ ਦੇ ਨੇੜੇ ਨਹੀਂ ਨਾ ਹੁੰਦੇ, ਉਹ ਸਿਰਫ ਕੇਵਲ ਤੋਂ ਕੇਵਲ ਮਾਣ ਵਡਿਆਈਓ ਭਾਲਦੇ ਹੁੰਦੇ। ਉਹਨਾਂ ਵੇਖਿਆ ਵੀ ਇੱਥੇ ਤਾਂ ਸੇਵਾ ਹੋਣ ਲੱਗ ਪਈ। ਜਿਹੜੇ ਕੇਵਲ ਲਾਈ ਲੱਗ ਜੇ ਲੋਕ ਸਨ, ਦੇਖਾ ਦੇਖੀ ਵਾਲੇ ਸਨ, ਉਹਨਾਂ 2-4 ਕੁ ਦਿਨ ਵੇਖਿਆ ਤੇ ਜਿਹੜੇ ਡੇਰੇ ਪਾਈ ਬੈਠੇ ਸੀ ਪੱਕੇ ਹੀ, ਘਰੇ ਅਸਤੀਫੇ ਦੇ ਕੇ ਆ ਗਏ ਸੀ ਵੀ ਹੁਣ ਤਾਂ ਉੱਥੇ ਹੀ ਰਿਹਾ ਕਰਾਂਗੇ। ਹੁਣ ਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਸਾਡਾ ਸਰਦਾ ਨਹੀਂ ਘਰ ਬਿਨਾਂ, ਘਰੇ ਨਿਆਣੇ ਇਕੱਲੇ ਆ ਜੀ, ਘਰੇ ਕੰਮਕਾਰ ਬੜਾ ਸਾਡਾ। ਜਦੋਂ ਕੰਮ ਕਰਨਾ ਪੈ ਗਿਆ ਨਾ ਜੀ, ਹੁਣ ਗੁਰੂ ਜੀ ਤੋਂ ਛੁੱਟੀਆਂ ਲੈਣ ਲੱਗ ਪਏ ਹਨ। ਕਈ ਤੇ ਸਾਧ ਸੰਗਤ ਜੀ 4-5 ਕੁ ਦਿਨ ਮਸਾਂ ਝੱਲੇ ਸੇਵਾ 'ਚ। ਸੇਵਾ ਔਖੀ ਹੈ ਨਾ, ਕਿਉਂਕਿ ਸੇਵਾ ਕਰਨੀ ਸਭ ਤੋਂ ਔਖੀ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ, ਔਖੀ ਹੈ ਪਰ ਸੁਖ ਬਹੁਤ ਦਿੰਦੀ ਹੈ। ਤੇ ਕੁਝ ਕੁ ਦਿਨ ਸੇਵਾ ਕੀਤੀ ਤੇ ਲੰਗਰ ਵੀ ਮਹਾਰਾਜ ਨੇ ਆਖਿਆ ਕਿ ਘੱਟ ਰੱਖੋ, ਇੱਕ ਟਾਈਮ ਲੰਗਰ ਬਣਨਾ, ਛਕ ਲੈਣਾ, ਸ਼ਾਮ ਨੂੰ ਖੁੱਲ੍ਹਾ ਲੰਗਰ ਨਾ ਵਰਤਣਾ, ਕੁਝ ਹੋਰ ਛਕਾ ਦੇਣਾ, ਚਣੇ ਛਕਾ ਦੇਣੇ ਜਾਂ ਕੋਈ ਹੋਰ ਖਿਚੜੀ ਬਣ ਜਾਣੀ ਜਾਂ ਦਲੀਆ ਬਣ ਜਾਣਾ, ਇਸ ਤਰੀਕੇ। ਪਰ ਜਿਹੜੇ ਲੰਗਰ ਨਾਨਾ ਤਰ੍ਹਾਂ ਦੇ ਛਕਣ ਵਾਲੇ ਸੀ, ਉਹਨਾਂ ਨੂੰ ਸਾਦਾ ਭੋਜਨ, ਸਾਦੀ ਖੁਰਾਕ ਪਸੰਦ ਜੋ ਨਾ ਆਈ ਹੈ। ਤੇ ਸਾਧ ਸੰਗਤ ਜੀ ਲਾਂਗਲ ਤਿਆਗੀ, ਉਹਨਾਂ ਨੇ ਤਾਂ ਨਾ ਜਿਹੜੇ ਲਾਂਗਲ ਕਹਿੰਦੇ ਆ ਹਲਾਂ ਨੂੰ, ਜਿਹੜੇ ਹਲ ਚੁੱਕੇ ਹੋਏ ਸਨ ਨਾ, ਤਿਆਗ ਦਿੱਤੇ ਤੇ ਗੁਰੂ ਪਾਤਸ਼ਾਹ ਜੀ ਤੋਂ ਵਿਦਾਇਗੀ ਲੈਣ ਲੱਗ ਪਏ। ਮਹਾਰਾਜ ਵਿਦਾ ਕਰ ਦਿਓ ਜੀ, ਸਾਨੂੰ ਆਗਿਆ ਦਿਓ, ਅਸੀਂ ਜਾਣਾ ਚਾਹੁੰਦੇ ਹਾਂ। ਆਪੋ ਆਪਣੇ ਘਰਾਂ ਨੂੰ ਛੇਤੀ ਭੱਜਣ ਦਾ ਯਤਨ ਕੀਤਾ। ਜਿਹੜੇ ਇਕੱਲਾ ਲੰਗਰ ਖਾਣ ਵਾਲੇ ਸਨ, ਹਾਂ ਦੁਬਾਰਾ ਪੜੋ। ਕਹਿੰਦੇ ਜਿਹੜੇ ਅੱਧੇ ਕੁ ਸੀ ਨਾ,
ਜਿਹੜੇ ਲੰਗਰ ਖਾਣ ਵਾਲੇ ਸੀ ਉਹ ਤੇ ਭੱਜ ਗਏ, ਤੇ ਜਿਹੜੇ ਪ੍ਰੇਮ ਵਾਲੇ ਸੀ ਸਾਧ ਸੰਗਤ ਉਹ ਤੇ ਅੜੇ ਰਹੇ ਨਾ। ਉਹ ਜਦੋਂ ਅੱਧੇ ਕੁ ਰਹਿ ਗਏ ਹਨ ਗਿਣਤੀ ਦੇ, ਗੁਰੂ ਜੀ ਨੇ ਹੁਣ ਬਰੀਕ ਝਾਰਨੀ ਲਾਤੀ, ਹੋਰ ਥੋੜ੍ਹੀ ਜਿਹੀ ਬਰੀਕ ਕਰਤੀ। ਕਹਿੰਦੇ ਇਹਨਾਂ 'ਚੋਂ ਵੀ ਛਾਂਟੋ ਹਜੇ। ਗੁਰੂ ਜੀ ਨੇ ਫਿਰ ਥੋੜ੍ਹੇ ਦਿਨਾਂ ਬਾਅਦ, 4-5 ਦਿਨਾਂ ਬਾਅਦ, ਹੋਰ ਇੱਕ ਲਾਂਗਰੀ ਨੂੰ, ਸੇਵਾਦਾਰ ਨੂੰ ਹੁਕਮ ਦੇ ਦਿੱਤਾ। ਕਹਿੰਦੇ ਭਾਈ ਜਿਹੜਾ ਲੰਗਰ ਹੈ ਨਾ, ਰੋਜ਼ ਦੀ ਬਜਾਏ, ਇੱਕ ਟਾਈਮ ਦੀ ਬਜਾਏ ਕਹਿੰਦੇ 8 ਪਹਿਰਾ ਕਰ ਦਿਓ, ਜਾਂ ਦੂਜੇ ਦਿਨ ਕਰ ਦਿਓ। ਸਵੇਰੇ ਬਣਦਾ ਸੀ, ਇੱਕ ਦਿਨ ਛੱਡ ਕੇ ਦੂਜੇ ਦਿਨ ਸਵੇਰ ਦਾ ਲੰਗਰ ਬਣਨ ਲੱਗ ਜਾਏ। ਇਹ ਵੀ ਇੱਕ ਤਰ੍ਹਾਂ ਦੀ ਤਿਆਰੀ ਹੈ ਸਾਧ ਸੰਗਤ। ਅਸੀਂ ਤੇ ਦੇਖਦੇ ਹਾਂ ਪਤਾ ਨਹੀਂ ਕਿਵੇਂ ਕਈ ਦਿਨ ਭੁੱਖੇ ਰਹਿਣ ਦੀ ਟ੍ਰੇਨਿੰਗ ਇਹ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਗਈ, ਅਤੇ ਆਨੰਦਾਂ ਦੀ ਪੁਰੀ ਦੇ ਵਿੱਚ ਸਿੱਖਾਂ ਨੇ ਫਿਰ ਕਈ ਦਿਨ ਭੁੱਖੇ ਰਹਿ ਕੇ ਫਾਕੇ ਕੱਟ ਕੇ ਦਿਖਾ ਦਿੱਤਾ, ਨਿਭਾ ਦਿੱਤੀ ਹੈ। ਤਾਂ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਖਿਆ ਭਾਈ ਦੂਜੇ ਦਿਨ ਲੰਗਰ ਤਿਆਰ ਕਰਿਆ ਕਰੋ, ਅਤੇ ਨਾਲ ਭਾਈ ਕੰਮ ਵੀ ਕਰਨਾ। ਇਹ ਨਹੀਂ ਕਿ ਹਾਏ ਭੁੱਖੇ ਨਾ, ਨਾਲੋਂ ਨਾਲ ਖੇਤ ਵੀ ਵਾਹੁਣੇ ਆ, ਖੇਤਾਂ ਦੀ ਸੇਵਾ ਵੀ ਕਰਨੀ ਹੈ। ਤੇ ਸਾਧ ਸੰਗਤ ਇੱਦਾਂ ਥੋੜ੍ਹੇ ਜਿਹੇ ਦਿਨ ਹੋਰ ਲੰਘ ਗਏ। ਜਿਹੜੇ ਥੋੜ੍ਹੇ ਬਹੁਤੇ ਹੋਰ ਕੱਚੇ ਪਿੱਲੇ ਸੀ ਉਹ ਤੇ ਭੁੱਖ ਨਾਲ ਤੜਫ ਉੱਠੇ, ਕਿਉਂਕਿ ਉਹਨਾਂ ਨੂੰ ਔਖਾ ਹੋ ਗਿਆ ਹੈ। ਜਿਹੜੇ ਸਾਧ ਸੰਗਤ ਜੀ ਬਹੁਤੇ ਦਿਖਾਵੇ ਜਿਹੇ ਵਾਲੇ ਸੀ ਉਹ ਤੇ ਭੱਜੇ ਗਏ। ਕੋਈ ਤੇ ਆਗਿਆ ਲੈ ਕੇ ਗਿਆ ਅਤੇ ਕੋਈ ਬਿਨਾਂ ਆਗਿਆ ਲਈ ਭੱਜ ਗਿਆ। ਕੋਈ ਦੂਜੇ ਸਿੱਖ ਨੂੰ ਕਹਿ ਗਿਆ ਮੈਨੂੰ ਘਰੋਂ ਸੁਨੇਹਾ ਆ ਗਿਆ, ਮੈਨੂੰ ਕੰਮ ਬੜਾ। ਅਤੇ ਸਾਧ ਸੰਗਤ ਜੀ ਥੋੜ੍ਹੇ ਜਿਹੇ ਗਿਣਤੀ ਦੇ ਥੋੜ੍ਹੇ ਜਿਹੇ ਸਿੱਖ ਗੁਰੂ ਕੇ ਪਿਆਰ ਵਾਲੇ ਹੀ ਰਹਿ ਗਏ ਹਨ। ਅਤੇ ਸਾਧ ਸੰਗਤ ਜੀ ਚਤੁਰ ਪਹਿਰ ਲਾਂਗਲ ਲੀਏ ਕਿਰਤ ਸੋ ਵਹਿਰ ਕਮਾਏ। ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲ ਚੁੱਕਦੇ, ਖੇਤਾਂ ਨੂੰ ਵਾਹੁੰਦੇ, ਕੰਮ ਧੰਦਾ ਕਰਦੇ ਹਨ। ਪਰ ਉਹੀ ਬੈਠੇ ਗੁਰੂ ਘਰ ਜਿਨ੍ਹਾਂ ਨੇ ਇਹ ਜਾਣ ਲਿਆ ਦਰ ਛੱਡ ਕੇ ਨਹੀਂ ਜਾਣਾ, ਭਾਵੇਂ ਮੌਤ ਹੁੰਦੀ ਇਹੋ ਜਾਏ, ਭਾਵੇਂ ਮਰ ਜਾਈਏ ਪਰ ਦਰ ਨਹੀਂ ਛੱਡਣਾ। ਜੋ ਮਰਜ਼ੀ ਹੋ ਜਾਏ, ਕੋਈ ਨਾ ਮੌਤ ਆਉਣੀ ਹੈ, ਘਰੇ ਜਾ ਕੇ ਕਿਹੜਾ ਆਉਣੀ ਨਹੀਂ, ਗੁਰੂ ਦਰ 'ਤੇ ਹੀ ਆ ਜਾਏ, ਦਰ ਨਹੀਂ ਛੱਡਣਾ। ਮਰੋ ਤਾਂ ਹਰ ਕੈ ਦੁਆਰ। ਜਿਹੜੇ ਇਹ ਗੱਲ ਮੰਨਦੇ ਆ ਨਾ ਕਿ ਰੱਬ ਦੇ ਦਰਵਾਜ਼ੇ 'ਤੇ, ਗੁਰੂ ਦੇ ਦਰ 'ਤੇ ਹੀ ਮੌਤ ਆ ਜਾਏ, ਬਸ ਉਹ ਗੁਰਸਿੱਖ ਰਹੇ ਹਨ ਜੀ। ਅਤੇ ਸਾਧ ਸੰਗਤ ਜੀ ਭੁੱਖੇ ਰਹਿ ਕੇ ਵੀ ਗੁਰੂ ਘਰ ਦੀ ਸੇਵਾ ਕਰਦੇ ਹਨ। ਸਾਧ ਸੰਗਤ ਜੀ ਸਾਰਾ ਦਿਨ ਸੇਵਾ ਕਰਨੀ ਅਤੇ ਸ਼ਾਮ ਨੂੰ ਫਿਰ ਗੁਰੂ ਘਰ ਆਉਣਾ। ਜਦੋਂ ਦੇਖਿਆ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਿਹੜੇ ਪਖੰਡੀ ਜੇ ਸੀ ਉਹ ਤੇ ਨੱਠ ਗਏ, ਥੋੜ੍ਹੇ ਜਿਹੇ ਦਿਨ ਲਾਇਆ, ਇਹ ਕਹਿ ਲਓ ਕਿ ਥੋੜ੍ਹੇ ਦਿਨ 10-15 ਦਿਨ ਲੱਗੀ ਇੱਦਾਂ ਕਸਵੱਟੀ। ਅਤੇ ਜਦੋਂ ਸਾਰੇ ਨੱਠ ਗਏ, ਗੁਰੂ ਜੀ ਨੇ ਲਾਂਗਰੀ ਸੇਵਾਦਾਰ ਨੂੰ ਆਖਿਆ ਭਾਈ ਸੇਵਾਦਾਰ, ਲਾਂਗਰੀ ਹੁਣ ਰੋਜ਼ ਲੰਗਰ ਤਿਆਰ ਕਰਿਆ ਕਰੋ। ਹੁਣ ਜਿਹੜੇ ਸਿੱਖਾਂ ਨੇ ਲੰਗਰ ਛਕਣਾ ਭਾਈ, ਹੁਣ ਜਿਨ੍ਹਾਂ ਸੇਵਾ ਕੀਤੀ ਇਹਨਾਂ ਲਈ ਹੁਣ ਵਧੀਆ ਤੋਂ ਵਧੀਆ ਲੰਗਰ ਬਣਾਇਆ ਕਰੋ। ਬਸ ਥੋੜ੍ਹੇ ਦਿਨ ਦੀ ਭੁੱਖ ਸੀ, ਕੱਟ ਗਏ ਜਿਹੜੇ ਕੱਟ ਗਏ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਹੁਣ ਇਹਨਾਂ ਸਿੱਖਾਂ ਨੂੰ ਵਧੀਆ ਤੋਂ ਵਧੀਆ ਭੋਜਨ ਛਕਾਓ। ਬਸ ਥੋੜ੍ਹੇ ਦਿਨਾਂ ਬਾਅਦ ਫਿਰ ਉਸੇ ਤਰ੍ਹਾਂ ਹੀ ਲੰਗਰ ਰੋਜ਼ ਦੀ ਤਰ੍ਹਾਂ ਲੱਗਣ ਲੱਗ ਪਏ। ਅਤੇ ਸਾਧ ਸੰਗਤ ਜੀ ਜਿਹੜਾ ਵੀ ਸਿੱਖ ਗੁਰੂ ਘਰ ਸੇਵਾ ਕਰਦਾ, ਹੁਣ ਇੱਛਾ ਅਨੁਸਾਰ ਰੋਜ਼ ਲੰਗਰ ਛਕਦਾ। ਕਰਤਾਰਪੁਰ ਸਾਹਿਬ ਵਿਖੇ ਹਰ ਰੋਜ਼ ਦਿਨ ਦੇ ਵਿੱਚ ਖੇਤੀ ਕਰਨੀ ਹੈ। ਦਿਨ ਲੰਘ ਗਏ, ਖੇਤੀ ਉੱਗ ਗਈ,
ਗੁਰੂ ਜੀ ਦੇ ਖੇਤ, ਬਹੁਤ ਵੱਡੇ ਖੇਤ ਸਨ ਕਰਤਾਰਪੁਰ ਸਾਹਿਬ ਵਿਖੇ ਮਹਾਰਾਜ ਜੀ ਕੋਲ। ਤੇ ਸਾਧ ਸੰਗਤ ਜੀ, ਥੋੜੇ ਦਿਨਾਂ ਬਾਅਦ ਬਸ ਖੇਤੀ ਹਰੀ ਭਰੀ ਹੋ ਗਈ ਹੈ। ਮਿਹਨਤ ਕੀਤੀ ਤੇ ਖੇਤੀ ਪੱਕ ਗਈ ਹੈ। ਸਿੱਖਾਂ ਨੇ ਗੁਰੂ ਜੀ ਨੂੰ ਆਖਿਆ, ਮਹਾਰਾਜ ਖੇਤੀ ਜੋ ਬੀਜੀ ਸੀ ਉਗ ਗਈ ਹੈ, ਹਰੀ ਹੋਣ ਤੋਂ ਬਾਅਦ ਹੁਣ ਖੇਤੀ ਪੱਕ ਜੋ ਗਈ ਹੈ। ਮਹਾਰਾਜ ਤੁਹਾਡੀ ਕਿਰਪਾ ਨਾਲ ਇਹ ਖੇਤੀ ਹੁਣ ਪੱਕ ਗਈ ਹੈ, ਇਹ ਫਸਲ ਹੁਣ ਪੱਕ ਜੋ ਗਈ ਹੈ। ਹੁਣ ਕਿਰਪਾ ਕਰੋ, ਦੱਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ, ਇਹ ਖੇਤੀ ਪੱਕ ਗਈ, ਹੁਣ ਕੀ ਕਰੀਏ? ਗੁਰੂ ਜੀ ਨੂੰ ਸਿੱਖਾਂ ਨੇ ਆਖਿਆ, ਗੁਰੂ ਜੀ ਕਹਿੰਦੇ ਭਾਈ ਜਦ ਖੇਤੀ ਪੱਕ ਗਈ ਤਾਂ ਹੁਣ ਇਹਨੂੰ ਵੱਢ ਵੀ ਲਓ। ਇਉਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਤੇ ਖੇਤੀ ਵੱਢਣ ਲਈ ਸਿੱਖਾਂ ਨੂੰ ਇਹ ਲਾ ਦਿੱਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਇਉਂ ਕਰੋ, ਖੇਤੀ ਨੂੰ ਵੱਢਣ ਤੋਂ ਬਾਅਦ ਪੰਡਾਂ ਬੰਨ੍ਹ ਕੇ ਇੱਕ ਜਗ੍ਹਾ ਇਕੱਠੀ ਕਰ ਲਓ, ਇਹਨਾਂ ਨੂੰ ਫਲੇ ਨਾ ਪਾਓ, ਦਾਣੇ ਨਾ ਕੱਢੋ। ਸਿੱਖਾਂ ਨੇ ਵੀ ਦੇਖਿਆ ਵੀ ਇਹ ਕੀ ਕਾਰਨ, ਫਸਲ ਵਢਾ ਕੇ ਇਕੱਠੀ ਕਰਵਾ ਲਈ, ਭਰੀਆਂ ਬਣਵਾ ਲਈਆਂ ਇੱਕੋ ਥਾਂ ਦੇ ਉੱਤੇ, ਵੱਡੇ ਵੱਡੇ ਢੇਰ ਲਵਾ ਲਏ। ਗੁਰੂ ਜੀ ਨੇ ਕਿਉਂ ਨਹੀਂ ਇਹ ਖੇਤੀ ਨੂੰ ਦਾਣੇ ਕਿਉਂ ਨਹੀਂ ਕਢਾਏ? ਸਾਰੇ ਸਿੱਖ ਹੈਰਾਨ ਵੀ ਹੋ ਰਹੇ, ਪਰ ਗੁਰੂ ਜੀ ਦੇ ਹੁਕਮ ਨੂੰ ਕਿਹੜਾ ਮੋੜ ਸਕਦਾ ਸੀ, ਜਾਂ ਕਿਹਦੇ ਵਿੱਚ ਤਾਕਤ ਸੀ ਅੱਗੋਂ ਕੁਛ ਆਖਦਾ ਕਿ ਮਹਾਰਾਜ ਇਉਂ ਨਹੀਂ, ਇਉਂ ਕਰ ਲੈਣਾ ਚਾਹੀਦਾ। ਜਿਹੜੇ ਪਿਆਰ ਵਾਲੇ ਉਹ ਤੇ ਸੇਵਾ ਵਿੱਚ ਲੱਗੇ ਹੋਏ ਹਨ। ਤੇ ਜਿੱਥੇ ਸਾਧ ਸੰਗਤ ਜੀ ਖੇਤੀ ਸੀ ਨਾ, ਖੇਤ ਵੱਡਾ, ਉੱਥੇ ਸਿੱਖ ਇਕੱਠੀ ਕਰਨ ਲੱਗ ਪਏ ਵੱਡੀ ਹੋਈ ਖੇਤੀ ਨੂੰ। ਇੱਧਰ ਉੱਧਰ ਜਿੰਨੇ ਵੀ ਖੇਤ ਸਨ ਨਾ ਜੀ, ਸਾਰੇ ਵੱਢ ਲਏ ਹਨ ਆਪਣੇ। ਤੇ ਬਹੁਤ ਉੱਚੇ ਉੱਚੇ ਢੇਰ ਖੇਤੀ ਦੇ ਫਸਲਾਂ ਦੇ ਬੀਜ ਕੇ ਵੱਢ ਕੇ ਲਾ ਦਿੱਤੇ ਹਨ। ਜਦੋਂ ਐਨ ਵੱਢ ਕੇ ਨਾ ਫਸਲ ਭਰੀਆਂ ਬੰਨ੍ਹ ਲਈਆਂ, ਢੇਰੀਆਂ ਲੱਗ ਗਈਆਂ, ਢੇਰ ਲਾ ਕੇ ਗੁਰੂ ਨਾਨਕ ਸਾਹਿਬ ਕੋਲ ਸਿੱਖ ਚਲੇ ਗਏ ਗੁਰੂ ਜੀ ਨੂੰ ਦੱਸਣ ਕਿ ਮਹਾਰਾਜ ਜੀ ਖੇਤੀ ਦੇ ਫਸਲ ਦੇ ਢੇਰ ਲਾ ਲਏ ਹਨ। ਗੁਰੂ ਜੀ ਕਹਿੰਦੇ ਕੋਈ ਨਾ ਭਾਈ, ਸਾਰੀ ਇੱਕ ਜਗ੍ਹਾ ਇਕੱਠੀ ਕਰ ਲਓ। ਗੁਰੂ ਜੀ ਦਾ ਹੁਕਮ ਮੰਨ ਕੇ ਸਾਰੇ ਖੇਤਾਂ ਦੀ ਜਿਹੜੀ ਫਸਲ ਸੀ ਨਾ, ਇੱਕ ਥਾਂ ਇਕੱਠੀ ਕਰ ਲਈ। ਉੱਚੇ ਉੱਚੇ ਅੰਬਾਰ ਢੇਰ ਫਸਲ ਦੇ ਲੱਗ ਗਏ ਹਨ। ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਆਖਿਆ, ਮਹਾਰਾਜ ਤੁਹਾਡੀ ਆਗਿਆ ਅਨੁਸਾਰ ਕੰਮ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਧਰਮਸ਼ਾਲਾ 'ਚ ਉੱਠ ਕੇ ਗਏ, ਜਿਸ ਜਗ੍ਹਾ ਦੇ ਉੱਤੇ ਫਸਲ ਦੇ ਢੇਰ ਲੱਗੇ ਸਨ ਨਾ, ਉੱਥੇ ਪਹੁੰਚ ਗਏ ਹਨ। ਸਤਿਗੁਰੂ ਮਹਾਰਾਜ ਜੀ ਸਿੱਖਾਂ ਦੇ ਨਾਲ ਹੀ ਚਲੇ ਗਏ ਦੇਖਣ ਦੇ ਲਈ ਕਿ ਕਿੱਥੇ ਢੇਰ ਲਾਏ ਹਨ ਜੀ। ਜਿਸ ਜਗ੍ਹਾ 'ਤੇ ਨਾ ਸਾਧ ਸੰਗਤ ਜੀ ਉੱਚੇ ਉੱਚੇ ਢੇਰ ਖੇਤੀ ਦੇ ਫਸਲ ਦੇ ਲਾਏ ਸਨ, ਸਿੱਖਾਂ ਨੇ ਵੱਢ ਕੇ, ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਆ ਕੇ ਖੜੇ ਹੋ ਗਏ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਵੇਖ ਕੇ ਨਾ ਉਹਨਾਂ ਨੂੰ ਉਸ ਵੇਲੇ ਬੋਲੇ। ਗੁਰੂ ਜੀ ਕਹਿੰਦੇ ਭਾਈ ਸ਼ਾਬਾਸ਼ ਸਿੱਖੋ, ਸ਼ਾਬਾਸ਼ ਤੁਹਾਡੇ ਭਾਈ ਗੁਰਮੁਖੋ, ਵੱਡੀ ਸੇਵਾ ਕੀਤੀ ਤੁਸੀਂ। ਇਉਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ। ਮਹਾਰਾਜ ਕਹਿੰਦੇ ਭਾਈ ਗੁਰਮੁਖੋ ਤੁਹਾਡੀ ਕੀਤੀ ਸੇਵਾ ਥਾਂ ਪੈ ਗਈ। ਤੁਸੀਂ ਬਹੁਤ ਚੰਗੇ ਤਰੀਕੇ ਸੇਵਾ ਕੀਤੀ, ਫਸਲਾਂ ਬੀਜਣ ਤੋਂ ਵੱਢਣ ਤੱਕ, ਇਕੱਠੀਆਂ ਕਰਨ ਤੱਕ ਤੁਸੀਂ ਜੋ ਸੇਵਾ ਕੀਤੀ, ਕਹਿੰਦੇ ਸੇਵਾ ਤੁਹਾਡੀ ਥਾਂ ਪੈ ਗਈ ਹੈ। ਜੋ ਤੁਸੀਂ ਗੁਰੂ ਘਰ ਦੇ ਲਈ ਸੇਵਾ ਕੀਤੀ ਉਹ ਥਾਂ ਪਈ। ਗੁਰੂ ਘਰ ਲਈ ਕੀਤੀ ਸੇਵਾ
ਥਾਂ ਜ਼ਰੂਰ ਪੈਂਦੀ ਹੈ। ਮਹਾਰਾਜ ਕਹਿੰਦੇ ਹੁਣ ਇੱਕ ਵਚਨ ਮੰਨੋ ਸਾਡਾ। ਸਿੱਖ ਕਹਿੰਦੇ ਮਹਾਰਾਜ ਕੀ ਹੁਕਮ ਕਰੋ, ਕਿਹੜਾ ਵਚਨ? ਗੁਰੂ ਜੀ ਕਹਿੰਦੇ ਸੁਣੋ ਫਿਰ। ਕਹਿੰਦੇ ਮਹਾਰਾਜ ਤੁਸੀਂ ਹੁਕਮ ਕਰੋ, ਜੋ ਤੁਹਾਡੇ ਮਨ ਦੇ ਵਿੱਚ ਜੋ ਵਚਨ ਹੈ ਸਾਨੂੰ ਆਖੋ ਤੇ ਸਹੀ, ਅਸੀਂ ਤੁਹਾਡਾ ਹਰ ਵਚਨ ਮੰਨਣ ਲਈ ਤਿਆਰ ਹਾਂ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੋ ਤੁਸੀਂ ਕਹੋਗੇ ਅਸੀਂ ਉਹੀ ਕਰਾਂਗੇ, ਸਾਡੇ ਹੱਥ ਕੁਝ ਨਹੀਂ ਹੈ, ਅਸੀਂ ਸੇਵਕ ਹਾਂ ਤੁਹਾਡੇ। ਅਸੀਂ ਤੇ ਤੁਹਾਡੇ ਬਚਨਾਂ ਅਨੁਸਾਰ ਹੀ ਚੱਲਣ ਵਾਲੇ ਹਾਂ, ਸਾਡੇ ਵਿੱਚ ਕੋਈ ਹੀਲ ਹੁਜਤ ਨਹੀਂ ਕਿ ਤੁਹਾਡੇ ਵਚਨਾਂ ਦੇ ਅਨੁਸਾਰ ਹੀ ਨਾ ਹੋਈਏ। ਹੁਕਮ ਕਰੋ, ਤੁਹਾਡੀ ਖੇਤੀ ਹੈ, ਜੋ ਤੁਸੀਂ ਕਹੋਗੇ ਅਸੀਂ ਕਰ ਦਿਆਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਵਚਨ ਆਖੇ ਨਾ ਜੀ, ਉਹ ਵੀ ਕੰਨ ਲਾ ਕੇ ਸੁਣਨ ਵਾਲੇ ਨੇ। ਸਿੱਖਾਂ ਨੂੰ ਤੇ ਸਹੀ ਕਿ ਇੰਨੀ ਫਸਲ ਵੱਢ ਕੇ ਢੇਰ ਲਾਏ ਆ, ਇਹਨੂੰ ਹੁਣ ਕਣਕ ਕੱਢਾਂਗੇ ਤੇ ਇਹਨੂੰ ਬਰਸਾ ਕੇ ਹਵਾ ਦੇ ਵਿੱਚ ਤੇ ਕੋਠੇ ਭਰ ਲਵਾਂਗੇ, ਫਸਲ ਉੱਗ ਜਾਏਗੀ, ਉੱਗੀ ਹੋਈ ਹੈ ਤੇ ਢੇਰ ਲਾ ਲਵਾਂਗੇ। ਪਰ ਜੋ ਗੁਰੂ ਨਾਨਕ ਸਾਹਿਬ ਨੇ ਆਖਿਆ ਉਹ ਸਿੱਖਾਂ ਦੇ ਮਨ ਚੇਤੇ ਵੀ ਨਹੀਂ ਸੀ। ਜੋ ਗੁਰੂ ਜੀ ਨੇ ਆਖਿਆ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਇਹ ਲਾਲਚ ਕੇ ਕਰੇ ਤੇ ਨਹੀਂ ਆਵੇ ਕਛ ਪਾਨ। ਕਹਿੰਦੇ ਭਾਈ ਲਾਲਚ ਨਹੀਂ ਕਰਨਾ ਚਾਹੀਦਾ, ਲਾਲਚ ਬੁਰੀ ਬਲਾ ਹੁੰਦੀ ਹੈ, ਲਾਲਚ ਕਰਨ ਵਾਲਿਆਂ ਦੇ ਹੱਥ ਕੁਝ ਨਹੀਂ ਆਉਂਦਾ। ਜਦੋਂ ਗੁਰੂ ਜੀ ਨੇ ਵਚਨ ਆਖੇ ਸਿੱਖਾਂ ਲਈ ਇਹ ਬੁਝਾਰਤ ਜੀ ਬਣ ਗਈ ਕਿ ਗੁਰੂ ਜੀ ਨੇ ਇਹ ਵਚਨ ਕਿਹੜੇ ਸੰਦਰਭ ਲਈ ਆਖੇ ਨੇ, ਕਿਵੇਂ ਆਖੇ ਨੇ। ਇਉਂ ਸਿੱਖ ਸੁਣ ਰਹੇ ਹਨ। ਗੁਰੂ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਮਹਾਰਾਜ ਕਹਿੰਦੇ ਇਉਂ ਕਰੋ ਭਾਈ, ਤੁਹਾਡੀ ਸੇਵਾ ਸਫਲ ਹੈ, ਤੁਸੀਂ ਮਿਹਨਤ ਬਹੁਤ ਕੀਤੀ, ਇਉਂ ਕਰੋ ਜਿਹੜੀ ਆ ਫਸਲ ਇਕੱਠੀ ਕੀਤੀ ਸਾਰੀ ਨੂੰ ਅੱਗ ਲਾ ਦਿਓ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਸਾਰੀ ਨੂੰ ਅੱਗ ਲਾ ਦਿਓ। ਪਹਿਲਾਂ ਸਿੱਖਾਂ ਨੂੰ ਕਹਿ ਦਿੱਤਾ ਤੁਹਾਡੀ ਕੀਤੀ ਸੇਵਾ ਸਫਲ ਹੈ। ਕਈ ਵਾਰ ਹੁਣ ਇਹ ਸਾਡੇ ਮਨ ਵਿੱਚ ਵੀ ਹੁੰਦਾ, ਕਈ ਬੰਦੇ ਸੇਵਾ ਕਰਦੇ, ਸਾਧ ਸੰਗਤ ਚੰਗੇ ਤਰੀਕੇ ਨਾਲ ਕਰਦੇ, ਮਿਹਨਤ ਹੁੰਦੀ, ਪਰ ਉਹਨਾਂ ਦੀ ਕੀਤੀ ਹੋਈ ਸੇਵਾ ਜਿਹੜੀ ਅੱਗੇ ਉਹਦਾ ਕੋਈ ਸਬੱਬ ਨਹੀਂ ਦਿਖਦਾ, ਫਲ ਨਹੀਂ ਦਿਖਦਾ ਕਿ ਇਹਦਾ ਕੀ ਨਤੀਜਾ ਨਿਕਲਿਆ। ਅਤੇ ਕਈ ਵਾਰ ਸਿੱਖ ਨਿਰਾਸ਼ ਹੋ ਜਾਂਦੇ ਹਨ ਕਿ ਅਸੀਂ ਇੰਨੀ ਸੇਵਾ ਕੀਤੀ, ਆਹ ਕੀਤਾ, ਇਹਦਾ ਕੋਈ ਅੱਗੇ ਸਾਨੂੰ ਜੋ ਰਿਜ਼ਲਟ ਨਿਕਲਣਾ ਚਾਹੀਦਾ ਸੀ ਉਹ ਨਹੀਂ ਦਿਖਦਾ। ਅਤੇ ਕੀ ਫਿਰ ਤੁਹਾਡੀ ਕੀਤੀ ਸੇਵਾ ਨਿਸਫਲ ਹੋ ਗਈ? ਨਾ, ਬਿਲਕੁਲ ਨਹੀਂ। ਤੁਹਾਡੀ ਕੀਤੀ ਸੇਵਾ ਫਲੀ ਭੂਤ ਹੈ। ਤੁਹਾਡਾ ਕੀਤਾ ਹੋਇਆ ਕੰਮ ਜੋ ਤੁਸੀਂ ਸੇਵਾ ਕਰ ਲਈ ਉਹ ਗੁਰੂ ਨਾਨਕ ਦੇ ਘਰ ਹਰੀ ਹੋ ਗਈ। ਹੁਣ ਜਿਹੜੀ ਸੇਵਾ ਤੁਹਾਡੀ ਆ ਗਈ ਨਾ, ਉਹ ਅੱਗੇ ਗੁਰੂ ਨਾਨਕ ਦੇ ਖਾਤੇ 'ਚ ਹੈ, ਤੁਹਾਡੇ 'ਚ ਨਹੀਂ ਹੈ। ਜਿਵੇਂ ਦਸ਼ਮੇਸ਼ ਪਿਤਾ ਦੇ ਕੋਲ ਇੱਕ ਸਿੱਖ ਨੇ ਬੜਾ ਸੋਹਣਾ ਕੰਗਣ ਭੇਜੇ, ਮਸੰਦ ਦੇ ਹੱਥ, ਚੇਤੋ ਮਸੰਦ ਸੀ। ਉਹ ਚੇਤੋ ਮਸੰਦ ਨੇ ਕੰਗਣ ਸੋਨੇ ਦੇ ਬਣੇ ਹੋਏ ਗੁਰੂ ਜੀ ਨੂੰ ਅੱਗੇ ਦਿੱਤੇ ਹੀ ਨਾ, ਆਪੇ ਘਰ ਰੱਖ ਲਏ। ਗੁਰੂ ਕਲਗੀਧਰ ਮਹਾਰਾਜ ਕੋਲ ਸਿੱਖ ਆਇਆ ਅਤੇ ਉਹ ਚੇਤੋ ਨੇ ਪਛਾਣ ਲਿਆ, ਚੇਤੋ ਮਸੰਦ ਗੁਰੂ ਜੀ ਨੂੰ ਮਿਲਣ ਵੀ ਨਾ ਦੇਵੇ ਉਸ ਸਿੱਖ ਨੂੰ, ਵੀ ਕਿਤੇ ਗੱਲ ਨਾ ਕਰ ਲਏ। ਅਤੇ ਆਖਰ ਬੜਾ ਔਖਾ ਹੋ ਕੇ ਗੁਰੂ ਜੀ ਨੂੰ ਮਿਲਿਆ ਅਤੇ ਗੁਰੂ ਜੀ ਨੂੰ ਆਖਿਆ, ਮਹਾਰਾਜ ਮੇਰੇ ਕੰਗਣ ਆਏ ਸੀ, ਕਿੱਥੇ ਨੇ? ਮਹਾਰਾਜ ਹੱਸ ਕੇ ਕਹਿੰਦੇ, ਭਾਈ ਸਿੱਖਾ ਤੇਰੇ ਤਾਂ ਤੇਰੇ ਵੱਲੋਂ ਆਏ ਸੀ, ਮੇਰੇ ਕੋਲ ਪਹੁੰਚ ਗਏ। ਹੁਣ ਅੱਗੇ ਉਹ ਜਿਹਦੇ ਕੋਲ ਨੇ ਅੱਗੋਂ ਮੈਂ ਆਪੇ ਲੈ ਲੂੰ, ਤੂੰ ਫਿਕਰ ਨਾ ਕਰ। ਕਈ ਵਾਰ ਸਾਧ ਸੰਗਤ ਅਸੀਂ ਸੇਵਾ ਕਰਦੇ ਅਤੇ ਸਾਨੂੰ ਜਦੋਂ ਰਿਜ਼ਲਟ ਨਹੀਂ ਦਿਸਦਾ ਮਨ ਦੁਖੀ ਹੁੰਦਾ, ਠੀਕ ਹੈ, ਹੋਣਾ ਵੀ ਚਾਹੀਦਾ। ਪਰ ਮਤਾਂ ਕਿਤੇ ਕੋਈ ਭੁਲੇਖੇ 'ਚ ਰਹਿ ਜਾਏ, ਕੋਈ ਗੁਰੂ ਕੇ ਸਿੱਖਾਂ ਦੀ ਸੇਵਾ ਨੂੰ ਖਰਾਬ ਕਰਨ ਵਾਲਾ ਬੰਦਾ, ਵੀ ਖੌਰੇ ਮੈਂ ਕੋਈ ਬਹੁਤ ਚਲਾਕ ਹਾਂ ਜਾਂ ਸਿਆਣਾ ਹਾਂ, ਚਤੁਰ ਹਾਂ। ਭਾਈ ਵਿਆਜ ਨਾਲ ਗੁਰੂ ਘਰ ਦੀ ਸੇਵਾ ਨਿਕਲਦੀ, ਵਿਆਜ ਨਾਲ। ਕੋਈ 5 ਖਾਂਦਾ ਅਤੇ 25 ਨਿਕਲਦੇ ਆ, ਯਾਦ ਰੱਖ ਲਿਓ। ਇਸ ਲਈ ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਪੂਰੇ ਪ੍ਰੇਮ ਨਾਲ ਆਪਣੀ ਸੇਵਾ ਕਰਦੇ ਰਹਿਣਾ ਚਾਹੀਦਾ। ਅਤੇ ਦੂਜੇ ਪਾਸੇ ਜੇ ਕੋਈ ਚਤੁਰ ਚਲਾਕ ਗੁਰੂ ਘਰ ਦੀ ਸੇਵਾ ਦੇ ਉੱਤੇ ਆਪਣਾ ਹੱਕ ਸਮਝ ਕੇ ਉਹਨੂੰ ਸਾਧ ਸੰਗਤ ਜੀ ਹੜੱਪਣਾ ਚਾਹੁੰਦਾ ਹੈ, ਉਹ ਵੀ ਯਾਦ ਰੱਖੇ ਭਾਈ ਗੁਰਦਾਸ ਜੀ ਦੇ ਵਚਨ,
ਭਾਈ ਗੁਰਦਾਸ ਜੀ ਕਹਿੰਦੇ ਧਰਮਸ਼ਾਲ ਦੀ ਝਾਕ ਹੈ ਨਾ ਜਿਹੜੀ, ਉਹ ਯਾਦ ਰੱਖ ਲਿਓ ਜਿਵੇਂ ਕੱਚਾ ਪਾਰਾ ਖਾ ਕੇ ਨਾ ਰੋਮ ਰੋਮ ਦਰਦਾਂ ਮਾਰਦਾ, ਪੀੜਾ ਹੁੰਦੀ ਆ, ਇਉਂ ਸਾਧ ਸੰਗਤ ਜੀ ਦਰਦਾਂ ਨਿਕਲਣਗੀਆਂ। ਇਸ ਲਈ ਸੇਵਾ ਕਰਨ ਵਾਲੇ ਮਨ ਲਾ ਕੇ ਸੇਵਾ ਕਰੀ ਜਾਣ, ਉਹ ਨਾ ਦੇਖਣ ਵੀ ਸੇਵਾ ਪ੍ਰਵਾਨ ਹੋ ਰਹੀ ਕਿ ਨਹੀਂ ਹੋ ਰਹੀ ਹੈ। ਅਤੇ ਦੂਜੇ ਪਾਸੇ ਜਿਹੜੇ ਜ਼ਿੰਮੇਵਾਰ ਵਿਅਕਤੀ ਹਨ ਉਹ ਵੀ ਗੁਰੂ ਦਾ ਭੈ ਰੱਖਣ। ਇਹ ਯਾਦ ਰੱਖੋ। ਹੁਣ ਇਹ ਸਾਖੀ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੂਰੀ ਸੇਵਾ ਕਰਵਾਈ। ਫਸਲ ਪਹਿਲਾਂ ਬੀਜੀ, ਪਹਿਲਾਂ ਵਾਹੀ ਕੀਤੀ, ਖੇਤਾਂ ਨੂੰ ਚੰਗੇ ਤਰੀਕੇ ਨਾਲ ਸਿੰਜਿਆ, ਫਸਲ ਬੀਜੀ, ਫਸਲ ਉੱਗ ਗਈ, ਹਰੀ ਹੋ ਗਈ। ਉਹਦੇ ਵਿੱਚੋਂ ਵੀ ਜਿਹੜੇ ਮਾਰੂ ਘਾਤ ਆਦਿਕ ਸਨ ਉਹ ਵੀ ਕੱਢੇ ਗਏ। ਬੜੇ ਤਰੀਕੇ ਨਾਲ ਫਸਲਾਂ ਦੀ ਰਖਵਾਲੀ ਕੀਤੀ। ਫਿਰ ਉਹਨਾਂ ਨੂੰ ਵੱਢਿਆ ਗਿਆ, ਵੱਢ ਕੇ ਢੇਰ ਲਵਾ ਲਿਆ। ਜਦੋਂ ਫਸਲ ਵਾਹ ਵਾਹ ਹੋ ਗਈ, ਗੁਰੂ ਨਾਨਕ ਦੇਵ ਨੇ ਸਾਰੇ ਸਿੱਖਾਂ ਨੂੰ ਆਖਿਆ ਤੁਹਾਡੀ ਸੇਵਾ ਸਫਲ ਹੈ ਭਾਈ, ਤੁਸੀਂ ਕੰਮ ਬਹੁਤ ਕੀਤਾ। ਅਤੇ ਆਖਰ ਮਹਾਰਾਜ ਕਹਿੰਦੇ ਇਹਨੂੰ ਅੱਗ ਲਾ ਦਿਓ ਭਾਈ, ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸਿੱਖਾਂ ਨੇ ਆਖਿਆ ਮਹਾਰਾਜ ਇੰਨੀ ਕੀਤੀ ਮਿਹਨਤ। ਮਹਾਰਾਜ ਕਹਿੰਦੇ ਭਾਈ ਤੁਹਾਡੀ ਸੇਵਾ ਸਫਲ ਹੈ, ਸਾਡੀ ਗੱਲ ਮੰਨੋ। ਕਿਉਂਕਿ ਪਰਖ ਕਰਨੀ ਚਾਹੁੰਦੇ ਸੀ ਵੀ ਸਿੱਖਾਂ ਦੀ ਗੁਰੂ ਦੇ ਉੱਤੇ ਕੀ ਆਸਥਾ ਹੈ। ਐਸੇ ਮੌਕੇ ਤਾਂ ਕਈ ਸਿੱਖ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੋਂ ਆਸਥਾ ਤੋੜ ਗਏ ਸਨ ਵੀ ਇਹਨਾਂ ਨੂੰ ਕੀ ਹੋ ਗਿਆ, ਪਤਾ ਨਹੀਂ ਕੀ ਗੱਲਾਂ ਕਰਦੇ ਨੇ, ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ। ਕੋਈ ਫਸਲ ਵੀ ਅੱਗ ਲਾਉਂਦਾ ਹੁੰਦਾ। ਪਰ ਮਹਾਰਾਜ ਨੇ ਆਖਿਆ ਮਨ ਦੇ ਵਿੱਚੋਂ ਲਾਲਚ ਛੱਡ ਦਿਓ। ਜਿਹੜੇ ਕੋਈ ਸੇਵਕ ਸਨ ਗੁਰੂ ਦੇ ਨੇੜੇ ਨਹੀਂ ਸਨ ਨਾ, ਬਹੁਤੇ ਸੇਵਾ ਵਾਲੇ ਸਨ, ਉਹ ਵੀ ਹੈਰਾਨ ਰਹਿ ਗਏ। ਕੀ ਕਾਰਨ ਹੈ? ਆ ਜਿਹੜੇ ਅਨਾਜ ਦੇ ਢੇਰ ਲੱਗੇ ਜਾਂ ਫਸਲਾਂ ਜਿਹੜੀਆਂ ਹਨ ਇਹ ਕਿਉਂ ਅੱਗ ਲਵਾ ਰਹੇ ਹਨ? ਉਹ ਕਹਿੰਦੇ ਅਸੀਂ ਬੜੀ ਸੇਵਾ ਕੀਤੀ, ਬੜੀਆਂ ਮਿਹਨਤਾਂ ਕਰ ਕਰਕੇ ਇਹ ਫਸਲ ਉਗਾਈ ਹੈ। ਹਾਂ, ਇਹ ਕੀ ਕਾਰਨ ਹੈ? ਪ੍ਰਤਪਾਰੀ ਬਹੁ ਸੰਕਟ ਪਾਈ, ਬੜੇ ਸੰਕਟ ਦੇ ਨਾਲ ਇਸ ਫਸਲ ਨੂੰ ਉਗਾਇਆ, ਪਾਲਿਆ ਹੈ। ਸਾਡੇ ਤੋਂ ਤੇ ਫੂਕੀ ਨਹੀਂ ਜਾਂਦੀ। ਆਪਣੇ ਹੱਥੀਂ ਬੀਜੀ ਫਸਲ ਨੂੰ ਕਿਵੇਂ ਅੱਗ ਲਾ ਦਈਏ? ਹਾਂ, ਹਟ ਕਰ ਰਹੇ। ਕਈਆਂ ਨੇ ਤੇ ਇਹ ਗੱਲ ਗੁਰੂ ਜੀ ਨੂੰ ਕਹਿ ਕੇ ਨਾ ਕਿ ਮਹਾਰਾਜ ਅਸੀਂ ਤੈਨੂੰ ਪਾਲਿਆ, ਆਪਣੇ ਹੱਥੀਂ ਅੱਗ ਨਹੀਂ ਲਾ ਸਕਦੇ। ਗੁਰੂ ਜੀ ਦਾ ਬਚਨ ਮੰਨਣੋਂ ਪਿੱਛੇ ਹਟ ਗਏ ਕਈ ਜਣੇ। ਤੇ ਕਈਆਂ ਨੇ ਫਿਰ ਵੀ ਮਨ ਵਿੱਚ ਇਹ ਵਿਚਾਰ ਕੀਤੀ ਹੈ, ਕਈਆਂ ਨੇ ਸੋਚਿਆ ਵੀ ਗੁਰੂ ਨਾਨਕ ਮਹਾਰਾਜ ਦੇ ਵਚਨਾਂ ਅਨੁਸਾਰ ਚੱਲਣਾ ਚਾਹੀਦਾ ਸਾਨੂੰ ਨਹੀਂ ਖੇਤੀ ਦਾ ਕੁਝ ਲੈਣਾ ਦੇਣਾ। ਇਹਨਾਂ ਦੀ ਰਜਾ ਹੈ, ਇੱਥੋਂ ਅੱਗ ਲਾ ਕੇ ਪਤਾ ਨਹੀਂ ਕਿਹੜੀ ਜਗ੍ਹਾ ਬੀਜ ਰਹੇ ਆ। ਇਹ ਤਾਂ ਇਹਨਾਂ ਦੀਆਂ ਇਹੀ ਜਾਣਦੇ ਹਨ। ਸਾਨੂੰ ਗੁਰੂ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ। ਸਾਨੂੰ ਕੋਈ ਲਾਭ ਜਾਂ ਕੋਈ ਹਾਨੀ ਸਾਨੂੰ ਨਹੀਂ ਪਤਾ। ਸਾਨੂੰ ਕਈ ਚੀਜ਼ਾਂ 'ਚ ਲਾਭ ਲੱਗਦਾ ਹੈ, ਪਰ ਸਾਧ ਸੰਗਤ ਹੁੰਦੀ ਉਹ ਹਾਨੀ ਹੈ। ਅਤੇ ਕਈ ਚੀਜ਼ਾਂ ਵਿੱਚ ਸਾਨੂੰ ਹਾਨੀ ਲੱਗਦੀ ਹੈ, ਪਰ ਵਕਤ ਲੰਘੇ ਤੋਂ ਪਤਾ ਲੱਗਦਾ ਸਾਡਾ ਕਿੱਡਾ, ਬਾਅਦ 'ਚ ਪਤਾ ਲੱਗਦਾ ਨਾ। ਅਤੇ ਇਸ ਲਈ ਜਿਹੜੇ ਪ੍ਰੇਮ ਵਾਲੇ ਹਨ ਨਾ, ਉਹ ਲਾਭ ਅਤੇ ਹਾਨੀ ਨਹੀਂ ਵੇਖਦੇ, ਉਹ ਗੁਰੂ ਦੇ ਹੁਕਮ ਨੂੰ ਮੰਨਦੇ ਹਨ। ਉਹ ਤੇ ਗੁਰੂ ਦੀ ਆਗਿਆ ਮੰਨਦੇ ਹਨ। ਤੇ ਉਹਨਾਂ ਨੇ ਫਿਰ ਗੁਰੂ ਜੀ ਦਾ ਹੁਕਮ ਮੰਨ ਕੇ ਅੱਗ ਲਾ ਦਿੱਤੀ ਉਸ ਫਸਲ ਨੂੰ ਵੀ। ਸੁੱਕੀ ਹੋਈ ਫਸਲ ਸੜ ਕੇ ਥੋੜ੍ਹੇ ਸਮੇਂ ਵਿੱਚ ਹੀ ਸਵਾਹ ਹੋ ਗਈ ਹੈ। ਇਹ ਵੇਖ ਕੇ ਨਾ ਸਾਰੇ ਹੈਰਾਨ ਰਹਿ ਗਏ ਗੁਰੂ ਜੀ ਦਾ ਇਹ ਕੌਤਕ। ਸਾਧ ਸੰਗਤ ਜੀ, ਜਿਹੜੇ ਬੰਦੇ ਇਕੱਲੇ ਲਾਭ ਵਾਲੇ ਹੀ ਆ, ਜਿਹੜੇ ਮਨੀਮੀ ਵਾਲੀ ਸੋਚ ਲਈ ਬੈਠੇ, ਉਹਨਾਂ ਦੀ ਸਮਝ ਤੋਂ ਪਰੇ ਦੀਆਂ ਗੱਲਾਂ ਨੇ। ਉਹ ਗੁਰੂ ਦਾ ਅੰਤ ਨਹੀਂ ਨਾ ਪਾ ਸਕਦੇ। ਉਹ ਜਾਣਦੇ, ਉਹ ਸਮਝਦੇ ਵੀ ਖੌਰੇ ਲਾਭ ਕਰਕੇ ਗੁਰੂ ਨੂੰ ਰਿਝਾਇਆ ਜਾ ਸਕਦਾ। ਨਾ ਭਾਈ, ਗੁਰੂ ਨੂੰ ਨਾ ਲਾਭ ਨਾ ਨੁਕਸਾਨ ਨਾਲ ਕੁਛ ਨਹੀਂ। ਗੁਰੂ ਨੂੰ ਤੇ ਹੁਕਮ ਮੰਨਿਆ ਹੋਵੇ ਪ੍ਰਮਾਣ, ਬਸ ਗੁਰੂ ਦਾ ਹੁਕਮ ਮੰਨਣਾ, ਉਹਨੂੰ ਕੋਈ ਲਾਭ ਕੋਈ ਨੁਕਸਾਨ ਦੀ ਗੱਲ ਨਹੀਂ ਹੁੰਦੀ ਹੈ।
ਜਿਹੜੇ ਪ੍ਰੇਮ ਵਾਲੇ ਉਹ ਜਾਣਦੇ ਗੁਰੂ ਦੀ ਗਤ, ਗੁਰੂ ਦੀ ਮਰਿਆਦਾ, ਗੁਰੂ ਦੀ ਅਵਸਥਾ, ਗੁਰੂ ਦੀ ਹਾਲਤ, ਗੁਰੂ ਦੀ ਜੋ ਸੁਰਤ ਹੈ ਗੁਰਸਿੱਖਾਂ ਦੀ ਸਮਝ ਵਿੱਚ ਨਹੀਂ ਆ ਸਕਦੇ। ਜਿਹੜੇ ਪ੍ਰੇਮ ਵਾਲੇ ਉੱਤੇ ਗੁਰੂ ਜੀ ਦੇ ਚਰਨਾਂ ਤੇ ਝੁਕਦੇ, ਮੱਥੇ ਟੇਕਦੇ, ਬੰਦਨਾ ਕਰਦੇ, ਨਮਸਕਾਰਾਂ ਕਰਦੇ ਹਨ, ਉਹ ਤੇ ਆਪਣੇ ਮੁਖੋਂ ਸਾਧ ਸੰਗਤ ਜੀ ਜੈ ਜੈਕਾਰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੀ ਕਰਦੇ ਹਨ। ਤੇ ਉੱਥੋਂ ਚੱਲ ਕੇ ਇਉਂ ਸਾਧ ਸੰਗਤ ਗੁਰੂ ਨਾਨਕ ਦੇ ਮਹਾਰਾਜ ਖੇਤਾਂ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਧਰਮਸ਼ਾਲਾ ਵਿੱਚ ਫਿਰ ਮੁੜ ਆਏ ਹਨ। ਕਰਤਾਰਪੁਰ ਸਾਹਿਬ ਵਿੱਚ ਕੋਈ ਵੀ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਕਿ ਖੇਤੀ ਬੀਜ ਦਿੱਤੀ ਕਿ ਵੱਢ ਦਿੱਤੀ ਕਿ ਵੇਚ ਦਿੱਤੀ ਕਿ ਖੱਟ ਲਿਆ ਕਿ ਸਾੜ ਦਿੱਤੀ, ਕੋਈ ਲੈਣਾ ਦੇਣਾ ਨਹੀਂ। ਉੱਥੇ ਤੇ ਗੁਰੂ ਘਰ ਦੇ ਵਿੱਚ ਕੇਵਲ ਬਾਣੀ ਦੇ ਵਿਚਾਰ, ਸ਼ਬਦ ਦੀ ਵਿਚਾਰ, ਤੁਰਕੀ ਬਾਣੀ ਨਾਲ ਹੀ ਸਿੱਖ ਜੁੜੇ ਰਹਿੰਦੇ ਹਨ। ਇੱਦਾਂ ਸਾਧ ਸੰਗਤ ਕੁਝ ਦਿਨ ਹੋਰ ਬੀਤੇ, ਕੁਝ ਕੁ ਸਮਾਂ ਲੰਘਿਆ। ਗੁਰੂ ਜੀ ਵੇਖ ਰਹੇ ਹਜੇ ਵੀ ਕਈ ਸਿੱਖ ਨਾਲ ਜੁੜੇ ਹੋਏ ਆ ਗੁਰੂ ਘਰ ਵਿੱਚ, ਗੁਰੂ ਜੀ ਦੇ ਕੋਲ ਰਹਿੰਦੇ। ਹਜੇ ਹੋਰ ਕਸਵੱਟੀ ਲਾਉਣੀ ਹੈ। ਐਡੀ ਕਸਵੱਟੀ ਲੱਗੀ ਕਿ ਇਕੱਲੇ ਭਾਈ ਲਹਿਣਾ ਜੀ ਉਹ ਖਰੇ ਉਤਰੇ। ਸਾਧ ਸੰਗਤ ਅੱਗੇ ਸੁਣੋ ਕਿ ਗੁਰੂ ਜੀ ਨੇ ਹੋਰ ਕੀ ਖੇਡ ਵਰਤਾਈ ਹੈ। ਗੁਰੂ ਜੀ ਨੇ ਆਪਣੇ ਸਰੀਰ ਦਾ ਸਾਂਗ, ਭੇਖ ਜਿਹਾ ਐਸਾ ਵਰਤਾ ਦਿੱਤਾ ਜੋ ਸਮਝ ਤੋਂ ਪਰੇ ਹੋ ਗਿਆ ਹੈ। ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਇੱਕ ਛੁਰਾ ਲੈ ਲਿਆ ਜੀ। ਛੁਰਾ ਬੰਨ੍ਹ ਕੇ ਰੱਸੇ ਦੇ ਨਾਲ ਗਲ ਵਿੱਚ ਲਮਕਾ ਲਿਆ ਹੈ। ਜਿਵੇਂ ਧਾਨਕ ਰੂਪ ਧਾਨਕ ਹੁੰਦੇ ਹਨ, ਉਸ ਤਰ੍ਹਾਂ ਦਾ ਰੂਪ ਗੁਰੂ ਜੀ ਨੇ ਸਰੀਰ ਦਾ ਧਾਰਨ ਕਰ ਲਿਆ ਹੈ। ਗੁਰੂ ਜੀ ਨੇ ਸਰੀਰ ਦੇ ਵਸਤਰ ਵੀ ਉੱਦਾਂ ਦੇ ਪਾ ਲਏ ਅਤੇ ਗਲ ਦੇ ਵਿੱਚ ਇੱਕ ਛੁਰਾ ਲਮਕਾ ਲਿਆ ਅਤੇ ਸਾਧ ਸੰਗਤ ਜੀ ਕੁਝ ਸੂਰ ਗੁਰੂ ਪਾਤਸ਼ਾਹ ਜੀ ਨੇ ਅੱਗੇ ਅੱਗੇ ਲਾ ਲਏ ਆਪਣੇ। ਕੁਝ ਕੁ ਕੁੱਕਰ ਕੁੱਤੇ ਪਿੱਛੇ ਲਾ ਲਏ, ਸੂਰ ਡੰਡੇ ਨਾਲ ਮਹਾਰਾਜ ਨੇ ਅੱਗੇ ਲਾ ਲਏ, ਕੁੱਤੇ ਪਿੱਛੇ ਪਿੱਛੇ ਲਾ ਲਏ ਅਤੇ ਰੂਪ ਭੇਖ ਆਪਣਾ ਧਾਨਕ ਰੂਪ ਰਹਾ ਕਰਤਾਰ ਇਸ ਤਰ੍ਹਾਂ ਦਾ ਬਣਾ ਲਿਆ ਅਤੇ ਨਾਲ ਇੱਕ ਸੋਟੀ ਫੜ ਲਈ ਹੈ। ਅੱਜ ਕਿਸੇ ਨਾਲ ਗੱਲਬਾਤ ਨਾ ਕੀਤੀ, ਦੱਸਿਆ ਥੋੜ੍ਹਾ ਸੀ। ਉਹ ਪਰਖ ਕਾਹਦੀ ਹੋਈ ਜਿਹੜੀ ਦੱਸ ਕੇ ਕੀਤੀ ਜਾਏ ਵੀ ਅਸੀਂ ਇੱਦਾਂ ਕਰਨਾ ਨਾ। ਉਹ ਤਾਂ ਪਰਖ ਤਾਂ ਬਿਲਕੁਲ ਗੁਪਤ ਹੁੰਦੀ ਆ। ਗੁਰੂ ਕਲਗੀਧਰ ਮਹਾਰਾਜ ਨੇ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੱਸ ਕੇ ਥੋੜ੍ਹਾ ਕਰਨੀ ਸੀ ਵੀ ਅਸੀਂ 5 ਸਿਰੇ ਮੰਗਣੇ ਆ। ਉਹਨਾਂ ਨੇ ਨਹੀਂ ਦੱਸਿਆ ਅਸੀਂ 5 ਮੰਗਣੇ। ਉਹ ਤਾਂ ਜਦੋਂ 1 ਮੰਗਿਆ, 2 ਮੰਗੇ, 3 ਮੰਗੇ, ਸਾਰਿਆਂ ਨੂੰ ਲੱਗਿਆ ਵੀ ਪਤਾ ਨਹੀਂ ਅੱਜ ਸਾਰਿਆਂ ਦੇ ਸਿਰ ਲੈ ਲੈਣੇ ਆ। ਜੇ 5 ਪਤਾ ਹੁੰਦਾ 5 ਹੀ ਲੈਣੇ ਆ ਅਤੇ ਬਾਕੀ ਫਿਰ ਬਾਅਦ 'ਚ ਸਾਰਿਆਂ ਨੇ ਆਖਣਾ ਸੀ ਜੀ ਮੇਰਾ ਲੈ ਲਓ, ਹੁਣ ਮੇਰਾ ਲੈ ਲਓ ਸਿਰ। ਐ ਨਹੀਂ, ਪਰਖ ਤੇ ਜਿਹੜਾ ਹੁੰਦਾ ਨਾ ਉਹ ਗੁਪਤੇ ਹੁੰਦੀ ਆ। ਸਾਧ ਸੰਗਤ ਇਗਜ਼ਾਮ ਹੁੰਦੇ ਜਿਹੜੇ ਗੁਪਤੇ ਹੁੰਦੇ, ਟੈਸਟ ਫੇਰ ਕੋਈ ਪਾਸ ਹੁੰਦਾ। ਇਸ ਤਰੀਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਹੀ ਕੀਤਾ। ਆਪਣਾ ਰੂਪ ਭੇਖ ਇਸ ਤਰ੍ਹਾਂ ਦਾ ਬਣਾ ਲਿਆ ਜੋ ਕਿਸੇ ਨੂੰ ਨਹੀਂ ਪਤਾ ਸੀ ਕਿ ਕੀ ਕਰ ਰਹੇ ਹਨ। ਗੁਰੂ ਜੀ ਧਰਮਸ਼ਾਲਾ 'ਚੋਂ ਬਾਹਰ ਨਿਕਲ ਗਏ, ਜੰਗਲ ਵੱਲ ਨੂੰ ਚੱਲ ਪਏ ਅਤੇ ਸਿੱਖ ਸੀ ਜਿਹੜੇ ਉਹ ਦੇਖ ਕੇ ਬੜੇ ਹੈਰਾਨ ਹੋਏ ਵੀ ਅੱਜ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਦਾ ਆਪਣਾ ਭੇਖ ਬਣਾ ਲਿਆ ਹੈ, ਵੇਸ਼ ਬਣਾ ਲਿਆ ਹੈ। ਕਈਆਂ ਦੇ ਤਾਂ ਸਾਧ ਸੰਗਤ ਜੀ ਡੋਲ ਗਏ ਮਨ ਤੇ ਸ਼ਰਧਾ ਹੀ ਨਾ ਰਹੇ। ਸੋਚਦੇ ਗੁਰੂ ਜੀ ਨੂੰ ਕੁਝ ਹੋ ਗਿਆ, ਲੱਗਦਾ ਪਤਾ ਨਹੀਂ ਕੀ ਹੋ ਗਿਆ। ਅੱਜ ਤੇ ਹੋਰ ਤਰ੍ਹਾਂ ਦਾ ਹੀ ਬਣ ਗਿਆ ਇਹਨਾਂ ਦਾ ਵੇਸ਼। ਜਿਵੇਂ ਸਾਧ ਸੰਗਤ ਥੋੜ੍ਹੀ ਬਹੁਤੀ ਹਵਾ ਨਾਲ ਤੇ ਦਰਖਤ ਨਹੀਂ ਹਿਲਦੇ, ਪਰ ਜਦੋਂ ਹਨੇਰੀ ਆਉਂਦੀ ਤੇ ਕਈ ਵਾਰ ਵੱਡੇ ਵੱਡੇ ਦਰਖਤਾਂ ਨੂੰ ਜੜ੍ਹਾਂ ਤੋਂ ਪੱਟ ਸੁੱਟਦੀ ਹੈ ਹਨੇਰੀ। ਇੱਦਾਂ ਹੀ ਇਹ ਜਦੋਂ ਗੁਰੂ ਸਾਹਿਬ ਨੇ ਇੱਦਾਂ ਦਾ ਖੇਡ ਕਲਾ ਵਰਤਾਈ ਨਾ, ਕਈ ਜਿਹੜੇ ਨੇੜੇ ਵੀ ਸਨ ਉਹ ਵੀ ਡੋਲ ਗਏ ਵੀ ਇਹ ਗੱਲ ਕੀ ਬਣ ਗਈ ਹੈ। ਕਈ ਤੇ
ਦੂਰ ਜੇ ਹੋ ਕੇ ਬੈਠ ਗਏ, ਗੁਰੂ ਜੀ ਦੇ ਨਾਲ ਨਾ ਚੱਲੇ। ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਆ ਵੀ ਇਹ ਗੱਲ ਕੀ ਬਣ ਗਈ ਹੈ। ਹੁਣ ਆਪਾਂ ਕੱਲ੍ਹ ਨੂੰ ਸੁਣਾਂਗੇ ਕਿ ਕਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਜਾਂਦੇ ਆ ਅਤੇ ਪਾਵਨ ਬਾਣੀ ਦਾ ਸ਼ਬਦ ਵੀ ਉਚਾਰਨ ਕੀਤਾ, ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਕੈ ਸਦਾ ਬਿਆਲ, ਊੜ ਛੁਰਾ ਮੁੱਠਾ ਮਰਦਾਰ, ਧਾਨਕ ਰੂਪ ਰਹਾ ਕਰਤਾਰ। ਇਹ ਸਾਰੇ ਕੌਤਕ ਆਪਾਂ ਅੱਗੇ ਕੱਲ੍ਹ ਨੂੰ ਸੁਣਾਂਗੇ ਕਿਵੇਂ ਮਹਾਰਾਜ ਨੇ ਪਰਖ ਕੀਤੀ ਅਤੇ ਭਾਈ ਲਹਿਣਾ ਜੀ ਇਸ ਪਰਖ ਵਿੱਚ ਕਿਵੇਂ ਖਰੇ ਉਤਰਦੇ ਹਨ, ਅਗਲੇ ਪ੍ਰਕਰਨ ਵਿੱਚ ਸਰਵਣ ਕਰਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਪੰਚਕੂਲਾ ਪਹੁੰਚ ਕੇ ਕਥਾ ਦੇ ਸਮੇਂ ਗੁਰੂ ਘਰ ਦੀਆਂ ਹਾਜ਼ਰੀਆਂ ਭਰਿਆ ਕਰੋ, ਕਥਾ ਵੀ ਸਰਵਣ ਕਰਿਆ ਕਰੋ, ਕੀਰਤਨ ਵੀ ਸਰਵਣ ਕਰੋ, ਗੁਰੂ ਚਰਨਾਂ ਵਿੱਚ ਬੈਠ ਕੇ ਆਪਣੀਆਂ ਹਾਜ਼ਰੀਆਂ ਲਵਾਓ ਤਾਂ ਕਿ ਸਾਡੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਵਣ। ਸੋ ਹੋਈਆਂ ਭੁੱਲਾਂ ਦੀ ਖਿਮਾ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗ